KCGC TV ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ। ਅੱਜ ਸਮੁੱਚਾ ਦੇਸ਼ ਨਹੀਂ ਦੁਨੀਆ ਇੱਕ ਮਹਾਮਾਰੀ ਦੇ ਦੌਰ 'ਚੋਂ ਨਿਕਲ ਰਹੀ ਆ। ਗੱਲ ਕਰਦੇ ਹਾਂ ਕੋਵਿਡ ਦੀ। ਕਾਫੀ ਮਹੀਨੇ ਹੋ ਗਏ ਕੋਵਿਡ ਦੇ ਵਿੱਚੋਂ ਗੁਜ਼ਰਦਿਆਂ, ਕਾਫੀ ਮੁਸ਼ਕਲਾਂ 'ਚੋਂ ਨਿਕਲਦਿਆਂ ਹੋਇਆਂ ਕਈ ਜਗ੍ਹਾ 'ਤੇ ਕਈ ਪਰਿਵਾਰਾਂ ਦੇ ਵਿੱਚੋਂ ਜਾਨਾਂ ਨੂੰ ਵੀ ਹੱਥ ਧੋਣਾ ਪੈ ਗਿਆ, ਚਾਹੇ ਉਹ ਪੰਜਾਬ ਸੀ ਜਾਂ ਦੇਸ਼ ਸੀ ਜਾਂ ਦੁਨੀਆ ਦੇ ਕਈ ਕੋਨੇ ਇਸ ਦੀ ਲਪੇਟ ਦੇ ਵਿੱਚ ਆ ਗਏ। ਇਸ ਦੇ ਸੰਬੰਧਿਤ ਹੀ ਅੱਜ ਦਾ ਵਿਸ਼ਾ ਵਾ ਕੋਵਿਡ ਕੀ ਆ, ਇਹਦੇ ਤੋਂ ਕਿੱਦਾਂ ਸੁਰੱਖਿਅਤ ਰਹਿਣਾ ਵਾ, ਕਿੱਦਾਂ ਦਾ ਬਚਾਓ ਆਪਣੇ ਆਪ ਦਾ ਕਰਨਾ ਚਾਹੀਦਾ। ਅੱਜ ਇਸ ਵਿਸ਼ੇ ਦੇ ਵਿੱਚ ਗੱਲਬਾਤ ਕਰਨ ਲਈ ਸਾਡੇ ਮੁੱਖ ਮਹਿਮਾਨ ਨੇ ਸਾਡੇ ਨਾਲ ਮੈਡਮ ਕਮਲਜੀਤ ਕੌਰ, ਜੋ ਕਿ ਆਫੀਸ਼ੀਏਟਿੰਗ ਪ੍ਰਿੰਸੀਪਲ ਗਵਰਨਮੈਂਟ ਕਾਲਜ ਅੰਮ੍ਰਿਤਸਰ ਦੇ ਰਹੇ, ਪਟਿਆਲੇ ਦੇ ਰਹੇ ਅਤੇ ਬਤੌਰ ਹੁਣ ਅਜੋਕੇ ਸਮੇਂ ਦੇ ਵਿੱਚ ਖਾਲਸਾ ਕਾਲਜ ਆਫ ਨਰਸਿੰਗ ਦੇ ਪ੍ਰਿੰਸੀਪਲ ਵਜੋਂ ਅਗਵਾਈ ਕਰ ਰਹੇ ਨੇ। ਬਹੁਤ ਹੀ ਵਧੀਆ ਸਪੀਕਰ ਨੇ, ਗਿਆਨਵਾਨ, ਜਿਨ੍ਹਾਂ ਨੇ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਦੇ ਕਾਫੀ ਸੈਮੀਨਾਰ ਆਰਗੇਨਾਈਜ਼ ਵੀ ਕਰਾਏ ਔਰ ਕਾਫੀ ਜਗ੍ਹਾ 'ਤੇ ਆਪਣੇ ਵਿਚਾਰ ਵਟਾਂਦਰੇ ਸਿਹਤ ਦੇ ਨਾਲ ਸੰਬੰਧਿਤ ਸਿੱਖਿਆਵਾਂ ਵੀ ਦਿੱਤੀਆਂ। ਬਹੁਤ ਧੰਨਵਾਦ ਮੈਮ, ਤੁਸੀਂ ਸਮਾਂ ਦਿੱਤਾ ਜੀ। ਇਹਨਾਂ ਤੋਂ ਇਲਾਵਾ ਸਾਡੇ ਨਾਲ ਨੇ ਮੈਡਮ ਤਰਨਦੀਪ ਕੌਰ, ਜੋ ਕਿ ਐਸੋਸੀਏਟ ਪ੍ਰੋਫੈਸਰ ਨੇ ਖਾਲਸਾ ਕਾਲਜ ਆਫ ਨਰਸਿੰਗ ਦੇ ਵਿੱਚ। ਇਹਨਾਂ ਨੇ ਵੀ ਆਪਣੇ ਸਮੇਂ ਦੇ ਵਿੱਚ ਪਿਛਲੇ 10 ਸਾਲ ਤੋਂ ਇੱਥੇ ਸੇਵਾਵਾਂ ਦਿੰਦਿਆਂ ਹੋਇਆਂ ਅਨੇਕਾਂ ਸੈਮੀਨਾਰ ਦੇ ਵਿੱਚ ਭਾਗ ਲਿਆ। ਸਾਡੇ ਨਾਲ ਨੇ ਮੈਡਮ ਸੁਖਜਿੰਦਰ ਕੌਰ ਜੀ, ਇਹ ਵੀ ਐਸੋਸੀਏਟ ਪ੍ਰੋਫੈਸਰ ਨੇ ਖਾਲਸਾ ਕਾਲਜ ਆਫ ਨਰਸਿੰਗ ਦੇ ਵਿੱਚ। ਇਹ ਵੀ ਬਤੌਰ 10 ਸਾਲ ਤੋਂ ਸੇਵਾਵਾਂ ਦੇ ਰਹੇ ਨੇ ਔਰ ਅਨੇਕਾਂ ਇੱਦਾਂ ਦੇ ਸਮੇਂ ਦੇ ਵਿੱਚ ਵਿਚਾਰ ਵਟਾਂਦਰੇ ਅਤੇ ਇੰਟਰਨੈਸ਼ਨਲ ਨੈਸ਼ਨਲ ਲੈਵਲ 'ਤੇ ਕਈ ਸੈਮੀਨਾਰ ਵਗੈਰਾ ਹੋਏ, ਕਈ ਪਰਚੇ ਪੜ੍ਹੇ ਗਏ, ਉਹਨਾਂ ਦਾ ਹਿੱਸਾ ਬਣੇ ਨੇ। ਸਾਡੇ ਚੌਥੇ ਮਹਿਮਾਨ ਨੇ ਮੈਡਮ ਗਜ਼ਲਪ੍ਰੀਤ ਕੌਰ। ਗਜ਼ਲਪ੍ਰੀਤ ਕੌਰ ਅਸਿਸਟੈਂਟ ਪ੍ਰੋਫੈਸਰ ਨੇ ਖਾਲਸਾ ਕਾਲਜ ਆਫ ਨਰਸਿੰਗ ਦੇ ਵਿੱਚ। 5 ਸਾਲ ਦਾ ਤਜਰਬਾ ਇਹਨਾਂ ਦਾ ਔਰ ਅਕਸਰ ਹੀ ਇਹੋ ਜਿਹੇ ਸਮੇਂ ਦੇ ਵਿੱਚ ਅੱਗੇ ਆਉਂਦੇ ਨੇ ਔਰ ਸੁਝਾਅ ਦਿੰਦੇ ਨੇ। ਇਹ ਸਾਡੇ ਅੱਜ ਦੇ ਸਾਰੇ ਮਹਿਮਾਨ ਨੇ। ਅੱਜ ਦਾ ਵਿਸ਼ਾ ਸਾਡਾ ਕੋਵਿਡ-19 ਆ। ਗੱਲਬਾਤ ਸ਼ੁਰੂ ਕਰਾਂਗੇ। ਮੈਮ, ਕੋਵਿਡ-19 ਦਾ ਦੌਰ ਚੱਲ ਰਿਹਾ ਵਾ, ਸਾਰੇ ਲੋਕ ਸਫਰ ਕਰ ਰਹੇ ਨੇ। ਕੋਵਿਡ-19 ਜਿਹਨੂੰ ਅਸੀਂ ਅੱਜ ਕੱਲ੍ਹ ਪੂਰੇ ਸੰਸਾਰ ਵਿੱਚ ਇਹਦੀ ਬੜੀ ਉਥਲ-ਪੁਥਲ ਮਚੀ ਹੋਈ ਹੈ। ਇਹ ਕਰੋਨਾ ਵਾਇਰਸ ਨਾਮ ਦੀ ਡਿਜ਼ੀਜ਼ ਨਾਲ ਸ਼ੁਰੂ ਹੋਇਆ ਸੀ। ਜਦੋਂ ਸ਼ੁਰੂ ਹੋਇਆ ਸੀ ਇਹਨੂੰ ਨੋਵਲ ਕਰੋਨਾ ਕਹਿੰਦੇ ਸੀਗੇ। ਪਰ ਇਹ ਨੋਵਲ ਕਰੋਨਾ ਇਸ ਕਰਕੇ ਕਹਿੰਦੇ ਸੀਗੇ ਕਿਉਂਕਿ ਇਹ ਦੂਜੇ ਵਾਇਰਸ ਜਿਹੜੇ ਆਮ ਵਾਇਰਸ ਹੋ ਰਹੇ ਨੇ 2002-03 ਤੋਂ 2015 ਤੋਂ 2009-10 ਵਿੱਚ ਕਈ ਤਰ੍ਹਾਂ ਦੇ ਵਾਇਰਸ ਹੋਏ, ਪਰ ਇਹ ਉਹਨਾਂ ਤੋਂ ਅਲੱਗ ਤਰ੍ਹਾਂ ਦਾ ਸੀ ਅਤੇ ਇਹਨੂੰ ਨੋਵਲ ਕਹਿਣਾ ਸ਼ੁਰੂ ਕਰਤਾ, ਨਵਾਂ ਵਾਇਰਸ ਕਹਿਣਾ ਸ਼ੁਰੂ ਕਰਤਾ। ਅਤੇ ਟੈਕਨੀਕਲੀ ਅਸੀਂ ਇਹਨੂੰ ਏਟੀਪੀਕਲ ਵਾਇਰਸ ਵੀ ਕਹਿੰਦੇ ਹਾਂ। ਇਹ ਕਰੋਨਾ ਵਾਇਰਸ ਨੇ ਪੂਰੇ ਸੰਸਾਰ 'ਚ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੂਰਾ ਸੋਸ਼ਲ ਸਿਸਟਮ, ਪੂਰੀ ਪੋਲੀਟੀਕਲ ਸਿਸਟਮ, ਪੂਰੀ ਆਰਥਿਕਤਾ ਸਭ ਹਿਲਾ ਕੇ ਰੱਖ ਦਿੱਤਾ। ਇਸੇ ਤਰ੍ਹਾਂ ਭਾਰਤ ਦੇਸ਼ ਵੀ ਇਸ ਤੋਂ ਕੋਈ ਵੱਖਰਾ ਨਹੀਂ ਰਹਿ ਗਿਆ। ਜਿਵੇਂ ਕਿ ਹੁਣ ਅਸੀਂ ਇਸ ਵੇਲੇ ਪੀਕ 'ਤੇ ਅਸੀਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਘਰ ਪਰਿਵਾਰ, ਉਹਨਾਂ ਦੇ ਕੰਮਕਾਰ, ਉਹਨਾਂ ਦੀ ਬੱਚਿਆਂ ਦੀ ਐਜੂਕੇਸ਼ਨ, ਸਮਾਜਿਕ ਰਿਸ਼ਤੇ ਸਭ ਇੱਕ ਤਰ੍ਹਾਂ ਨਾਲ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਪਿਛਲੇ ਕਈ ਮਹੀਨਿਆਂ ਤੋਂ ਚੱਲਦਾ ਆ ਰਿਹਾ, ਕਹਿੰਦੇ ਨੇ ਚੀਨ ਤੋਂ ਸਟਾਰਟ ਹੋਇਆ ਜੀ। ਬਿਲਕੁਲ, ਇਹ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ। ਇਸ ਤੋਂ ਬਾਅਦ ਇਸਨੇ ਵੱਖ-ਵੱਖ ਦੇਸ਼ਾਂ ਨੂੰ ਆਪਣੀ ਲਪੇਟ ਵਿੱਚ ਲਿਆ। ਜਿਵੇਂ ਕਿ ਅਸੀਂ ਭਾਰਤ ਦੀ ਗੱਲ ਕਰੀਏ, ਸਭ ਤੋਂ ਪਹਿਲਾਂ 30 ਜਨਵਰੀ 2020 ਦੇ ਵਿੱਚ ਕੇਰਲਾ ਦੇ ਵਿੱਚ ਕੇਸ ਪਾਇਆ ਗਿਆ। ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ 9 ਮਾਰਚ 2020 ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਇਸ ਦਾ ਕੇਸ ਪਾਇਆ ਗਿਆ ਅਤੇ ਮਾਰਚ 2020 ਦੇ ਵਿੱਚ ਹੀ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਸ ਨੂੰ ਇੱਕ ਮਹਾਮਾਰੀ ਦਾ ਨਾਮ ਦਿੱਤਾ। ਜਿੱਦਾਂ ਆਪਾਂ ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਇਸ ਸਮੇਂ ਇਹ ਬਹੁਤ ਜ਼ਿਆਦਾ ਫੈਲ ਰਿਹਾ ਵਾ ਔਰ ਲੋਕਾਂ ਦੇ ਵਿੱਚ ਇੱਕ ਤਣਾਅਪੂਰਵਕ ਮਾਹੌਲ ਬਣਿਆ ਵਾ। ਇਹਦੇ ਤੋਂ ਕਿੱਦਾਂ ਛੁਟਕਾਰਾ ਪਾਇਆ ਜਾ ਸਕਦਾ ਜਾਂ ਕਿੱਦਾਂ ਬਚਿਆ ਜਾ ਸਕਦਾ ਵਾ, ਜਿਹੜਾ ਕਿ ਅਸੀਂ ਆਪੋ ਆਪਣਾ ਖਿਆਲ ਰੱਖ ਕੇ ਇੱਕ ਨਿੱਜੀ ਜੀਵਨ ਨੂੰ ਅੱਗੇ ਤੋਰ ਸਕੀਏ? ਜੇਕਰ ਤੁਸੀਂ ਤਣਾਅਪੂਰਵਕ ਮਾਹੌਲ ਨੂੰ ਅਸੀਂ ਘੱਟ ਕਰਨਾ ਚਾਹੁੰਦੇ ਹਾਂ ਤਾਂ ਉਹਦੇ ਵਾਸਤੇ ਸਰਕਾਰ ਵੱਲੋਂ ਹਦਾਇਤਾਂ ਜਾਰੀ ਨੇ, ਜਿਨ੍ਹਾਂ ਵਿੱਚ ਕਿ ਮਾਸਕ ਪਹਿਨੋ, ਐਟਲੀਸਟ ਤੁਸੀਂ 20 ਮਿੰਟ ਤੱਕ 20 ਸੈਕਿੰਡ ਤੱਕ ਆਪਣੇ ਹੈਂਡ ਵਾਸ਼ਿੰਗ ਕਰੋ ਅਤੇ ਇੱਕ ਦੂਜੇ ਤੋਂ ਦੂਰੀ ਥੋੜ੍ਹੀ ਜਿਹੀ ਬਣਾ ਕੇ ਰੱਖੋ। ਇਹੀ ਇੱਕ ਹਦਾਇਤਾਂ ਜਿਹੜੀਆਂ ਨੇ ਅਗਰ ਅਸੀਂ ਅਪਣਾ ਲਈਏ ਤਾਂ ਅਸੀਂ ਤਣਾਅਪੂਰਵਕ ਮਾਹੌਲ ਨੂੰ ਘੱਟ ਕਰ ਸਕਦੇ ਹਾਂ। ਕਿਉਂਕਿ ਅਜੇ ਤੱਕ ਕੋਵਿਡ-19 ਦੀ ਕੋਈ ਵੈਕਸੀਨੇਸ਼ਨ ਰੈਡੀ ਨਹੀਂ ਹੋਈ। ਸੋ ਜਦੋਂ ਤੱਕ ਵੈਕਸੀਨੇਸ਼ਨ ਨਹੀਂ ਆਉਂਦੀ
ਉਸ ਤੱਕ ਅਸੀਂ ਹਦਾਇਤਾਂ ਦੀ ਅਗਰ ਪਾਲਣਾ ਕਰੀਏ ਤਾਂ ਅਸੀਂ ਇਸ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਦੇ ਨਾਲ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਇੱਕ ਬਹੁਤ ਹੀ ਤੇਜ਼ੀ ਦੇ ਨਾਲ ਬਦਲ ਰਹੀ ਸਥਿਤੀ ਹੈ, ਹਾਂ, ਤੇਜ਼ੀ ਜਿਸ ਦੀ ਨਾਲ ਬਹੁਤ ਵੱਧ ਰਿਹਾ ਵਾ ਹੀ ਬਦਲ। ਬਹੁਤ ਹੀ ਧਿਆਨ ਦੇ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਤੇ ਜੇ ਅਸੀਂ ਹਦਾਇਤਾਂ ਦਾ ਪਾਲਣਾ ਕਰਾਂਗੇ, ਆਪਣੀ ਸਿਹਤ ਦਾ ਧਿਆਨ ਰੱਖਾਂਗੇ, ਤਾਂ ਹੀ ਅਸੀਂ ਸੁਰੱਖਿਅਤ ਰਹਿ ਸਕਾਂਗੇ। ਮੈਂ ਇੱਥੇ ਇਹ ਕਹਿਣਾ ਚਾਹੂੰਗੀ ਕਿ ਸਾਨੂੰ ਇਸ ਦੇ ਨਾਲ ਡਰਨ ਦੀ ਲੋੜ ਨਹੀਂ ਹੈ। ਡਰਨ ਦੀ ਲੋੜ ਨਹੀਂ। ਸਿਰਫ ਸਾਨੂੰ ਇੱਕ ਖਿਆਲ ਰੱਖਣਾ ਕਿ ਅਸੀਂ ਸਾਵਧਾਨੀ ਵਰਤਣੀ ਹੈ। ਉਹਦੇ ਵਿੱਚ ਵੀ ਸਾਨੂੰ ਇਹ ਦੇਖਣਾ ਹੈ ਕਿ ਸਾਨੂੰ ਆਪਣਾ ਸੁਭਾਅ ਬਦਲਣਾ ਪੈਣਾ ਸਭ ਤੋਂ ਪਹਿਲਾਂ, ਕਿ ਅਸੀਂ ਖੁਦ ਵੀ ਇਨਫੈਕਸ਼ਨ ਨਹੀਂ ਲੈਣੀ, ਅਸੀਂ ਦੂਜਿਆਂ ਨੂੰ ਵੀ ਇਨਫੈਕਟ ਨਹੀਂ ਕਰਨਾ ਹੈਗਾ। ਉਹਦੇ ਵਿੱਚ ਜਿਵੇਂ ਮੈਮ ਨੇ ਕਿਹਾ ਹੈਗਾ, ਸੁਖਜਿੰਦਰ ਮੈਮ ਨੇ, ਕਿ ਸਾਨੂੰ ਦੂਰੀ ਬਣਾ ਕੇ ਰੱਖਣੀ ਹੈ, ਮਾਸਕ ਲਾ ਕੇ ਰੱਖਣਾ ਹੈ, ਹੈਂਡ ਵਾਸ਼ਿੰਗ ਬਹੁਤ ਜ਼ਰੂਰੀ ਆ ਕਿ 20 ਸੈਕਿੰਡ ਲਈ ਅਸੀਂ ਹੈਂਡ ਵਾਸ਼ ਜ਼ਰੂਰ ਕਰਨੇ ਆ, ਤਾਂ ਕਿ 20 ਸੈਕਿੰਡ ਲਈ ਹੈਂਡ ਵਾਸ਼ ਅਗਰ ਆਪਾਂ ਇਹ ਨੀਤੀ ਆਪਣੀ ਨਿੱਜੀ ਜ਼ਿੰਦਗੀ ਵਿੱਚ ਰੋਜ਼ ਦੀ ਅਪਣਾ ਲਾਂਗੇ ਤਾਂ ਅਸੀਂ ਕੋਈ ਵੀ ਇਨਫੈਕਸ਼ਨ ਜਿਹੜੀ ਹੈ, ਕੋਈ ਵੀ ਜਰਮਸ ਨੇ, ਕੋਈ ਵੀ ਬਿਮਾਰੀ ਤੋਂ ਆਪਾਂ ਦੂਰ ਰਹਿ ਸਕਦੇ ਹਾਂ। ਬਸ ਇੱਕ ਜ਼ਰੂਰਤ ਤੱਕ ਆਪਣੇ ਸੁਭਾਅ ਬਦਲਣ, ਆਪਣੇ ਸੁਭਾਅ ਬਦਲਣ ਦੀ। ਔਰ ਅਸੀਂ ਜੇ ਆਪ ਆਪਣਾ ਸਾਰੇ ਜਣੇ ਖਿਆਲ ਰੱਖਾਂਗੇ ਤਾਂ ਸ਼ਾਇਦ ਇਸ ਮਹਾਂਮਾਰੀ ਦੇ ਚੱਲਦਿਆਂ ਵੀ ਜਿੰਨੀ ਦੇਰ ਵੈਕਸੀਨੇਸ਼ਨ ਨਹੀਂ ਆਉਂਦੀ, ਇੱਕ ਚੰਗੀ ਜੀਵਨ ਵੀ ਬਤੀਤ ਕਰ ਸਕਦੇ ਹਾਂ। ਬਿਲਕੁਲ, ਪਰਹੇਜ਼ ਹੀ ਇਸ ਬਿਮਾਰੀ ਦਾ ਇਲਾਜ ਹੈ। ਕਿਹਾ ਜਾਂਦਾ ਮੈਮ ਕਿ ਇਮਿਊਨਿਟੀ ਲੈਵਲ ਜਿਨ੍ਹਾਂ ਦਾ ਕਮਜ਼ੋਰ ਹੁੰਦਾ ਵਾ ਜਾਂ ਵੀਕ ਹੁੰਦਾ ਵਾ, ਉਹ ਲੋਕ ਜ਼ਿਆਦਾ ਇਸ ਦੀ ਪਕੜ 'ਚ ਆਉਂਦੇ ਨੇ। ਨਹੀਂ, ਇਹ ਤਾਂ ਸੁਭਾਵਿਕ ਹੀ ਆ ਕਿ ਇਮਿਊਨਿਟੀ ਲੈਵਲ ਜਿਹੜਾ, ਚਾਹੇ ਤੇ ਬੱਚੇ ਨੇ ਜਾਂ ਵੱਡੇ ਬਜ਼ੁਰਗ ਨੇ, ਔਰ ਕਿਸੇ ਲੈਵਲ ਤੇ ਵੀ ਇਹ ਵੀ ਗਰੰਟੀ ਨਹੀਂ ਲੈ ਕੇ ਜਾਣੀ ਚਾਹੀਦੀ ਕਿ ਜਿਹੜੀ ਇਹ ਸਿਹਤਮੰਦਾਂ ਦੇ ਵਿੱਚ ਜਾਂ ਜਵਾਨਾਂ ਦੇ ਵਿੱਚ ਇਹਦਾ ਇਨਫੈਕਸ਼ਨ ਦਾ ਚਾਂਸਿਸ ਨਹੀਂ ਆ। ਹਰ ਕਿਸੇ ਨੂੰ ਆਪਣੇ ਪੱਧਰ ਤੇ, ਹਰ ਕਿਸੇ ਏਜ ਗਰੁੱਪ ਦੇ ਪੱਧਰ ਤੇ ਉਹਨਾਂ ਨੂੰ ਆਪਣਾ ਅਹਤਿਆਤ ਵਰਤਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜਦੋਂ ਬੱਚਿਆਂ ਨੂੰ ਅਸੀਂ ਘਰ ਵਿੱਚ ਇਹ ਆਦਤਾਂ ਪਾਵਾਂਗੇ ਕਿ ਉਹਨਾਂ ਨੇ ਖਾਣ ਪੀਣ ਤੋਂ ਪਹਿਲਾਂ ਜਾਂ ਟਾਇਲਟ ਯੂਜ਼ ਕੀਤਾ ਜਾਂ ਕਿਸੇ ਚੀਜ਼ ਨੂੰ ਟੱਚ ਕੀਤਾ ਜਿੱਥੇ ਸਾਨੂੰ ਪਤਾ ਹੈ ਕਿ ਮਿੱਟੀ ਕੱਟਾ ਹੈ ਜਾਂ ਕੁਛ, ਹੱਥ ਧੋਣ ਦੀ ਉਹਨਾਂ ਨੂੰ ਆਦਤ ਬਣਾਉਣੀ ਬਹੁਤ ਜ਼ਰੂਰੀ ਆ। ਔਰ ਜਦੋਂ ਅਸੀਂ ਖਾਣ ਪੀਣ ਦੀਆਂ ਆਦਤਾਂ ਦੀ ਗੱਲ ਕਰੀਏ ਤਾਂ ਖਾਣਾ ਘਰ ਵਿੱਚ ਸਾਦਾ ਬਣਾਉਣਾ ਚਾਹੀਦਾ ਹੈ। ਔਰ ਜੋ ਦਾਲ ਸਬਜ਼ੀਆਂ ਸਾਡੇ ਸੀਜ਼ਨ 'ਚ ਅਵੇਲੇਬਲ ਹੁੰਦੀਆਂ, ਜ਼ਰੂਰੀ ਨਹੀਂ ਕਿ ਤੁਸੀਂ ਮਹਿੰਗੇ ਭੋਜਨ ਘਰ 'ਚ ਬਣਾ ਕੇ ਤੇ ਉਹਦੇ ਤੋਂ ਤੁਸੀਂ ਆਪਣੀ ਤਾਕਤ ਲੈ ਸਕਦੇ ਹੋ, ਇਮਿਊਨਿਟੀ ਲੈ ਸਕਦੇ ਹੋ। ਸਾਨੂੰ ਆਪਣੀਆਂ ਆਦਤਾਂ, ਜਿਵੇਂ ਸਾਰੇ ਟੀਚਰਸ ਕਹਿ ਰਹੇ ਨੇ, ਮੈਡਮ ਕਹਿ ਰਹੇ ਨੇ, ਕਿ ਆਦਤਾਂ ਸਾਨੂੰ ਆਪਣੀਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਬੱਚਿਆਂ ਨੂੰ, ਬਜ਼ੁਰਗਾਂ ਨੂੰ ਇਸ ਕਰਕੇ, ਕਿਉਂਕਿ ਜਦੋਂ 60 ਤੋਂ ਬਾਅਦ ਅਸੀਂ ਹੋ ਜਾਂਦੇ ਹਾਂ ਤਾਂ ਸਾਡੀ ਜਿਹੜੀ ਉਮਰ ਹੈ ਉਹਦੇ ਨਾਲ ਵੀ ਸਾਡੇ ਸਰੀਰ ਵਿੱਚ ਕਈ ਚੇਂਜਸ ਆਉਂਦੀਆਂ, ਕਈ ਬਿਮਾਰੀਆਂ ਸਾਡੇ 'ਤੇ ਹੱਲਾ ਬੋਲ ਦਿੰਦੀਆਂ, ਜਿਹਦੇ ਨਾਲ ਸਾਡੀ ਤਾਕਤ ਹੈ ਨਾ ਅੰਦਰੂਨੀ ਸਰੀਰ ਦੀ, ਉਹ ਘਟਦੀ ਰਹਿੰਦੀ ਹੈ। ਮੈਂ ਕਹਿਣਾ ਚਾਹੂੰਗੀ ਕਿ ਸਾਡੀ ਇਸ ਵੇਲੇ ਜੇ ਸੋਚੋ ਤਾਂ ਤੁਸੀਂ ਓਬੈਸਿਟੀ ਜਿਹੜੀ ਹੈ ਨਾ, ਬਹੁਤ ਵੱਡਾ ਰੀਜ਼ਨ ਹੈ ਜਿਹਨੂੰ ਮੋਟਾਪਾ ਕਹਿੰਦੇ ਆ। ਪੰਜਾਬ ਦੇ ਵਿੱਚ ਕਿਉਂ ਇਸ ਬਿਮਾਰੀ ਦੀ ਜ਼ਿਆਦਾ ਜ਼ੋਰ ਪੈ ਰਿਹਾ? ਕਿਉਂਕਿ ਮੋਟਾਪਾ ਤਕਰੀਬਨ 30% ਸਾਡਾ ਖਾਣ ਪੀਣ ਦੀਆਂ ਆਦਤਾਂ, ਸਾਡਾ ਲਾਈਫ ਸਟਾਈਲ, ਮੈਂ ਲਾਈਫ ਸਟਾਈਲ ਹੀ ਕਹੂੰਗੀ, ਸਾਡਾ ਲਾਈਫ ਸਟਾਈਲ, ਇਹਦੇ ਕਰਕੇ ਸਾਡੀ ਹਾਈਪਰਟੈਂਸ਼ਨ ਹੈ, ਇਹਦੇ ਕਰਕੇ ਸਾਡੀ ਓਬੈਸਿਟੀ ਹੈ, ਇਹਦੇ ਕਰਕੇ ਕੈਂਸਰਸ ਨੇ, ਇਹਦੇ ਕਰਕੇ ਡਾਇਬਟੀਜ਼ ਆ। ਔਰ ਇਹ ਸਾਰੀਆਂ ਜਿਹੜੀਆਂ ਮਹਾਂਮਾਰੀਆਂ ਨਾ, ਇਹਨਾਂ ਨੇ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ ਇਸ ਵੇਲੇ, ਜਿਹੜੀਆਂ ਕਿ ਪਹਿਲਾਂ ਨਹੀਂ ਸੀ। ਜਦੋਂ ਸਾਡੇ ਲੋਕਾਂ ਦੀ ਨੈਚੁਰਲ ਲਾਈਫ ਸੀਗੀ, ਉਹਨਾਂ ਦਾ ਲਾਈਫ ਸਟਾਈਲ ਬਹੁਤ ਅੱਛਾ ਸੀ, ਕੰਮ ਕਰਨ ਦੀ ਸ਼ਕਤੀ ਬਹੁਤ ਅੱਛੀ ਸੀ, ਸੋਚ ਵਿਚਾਰ ਬਹੁਤ ਅੱਛੇ ਸੀ, ਆਪਣੇ ਕੰਮ ਆਪਣੇ ਹੱਥਾਂ ਨਾਲ ਕਰਨ 'ਤੇ ਯਕੀਨ ਰੱਖਦੇ ਸੀ। ਇਹਨਾਂ ਚੀਜ਼ਾਂ 'ਤੇ ਜਦੋਂ ਦਾ ਕਾਬੂ ਅਸੀਂ ਛੱਡ ਦਿੱਤਾ, ਕੰਟਰੋਲ ਨਹੀਂ ਕੀਤਾ, ਤੇ ਸਾਡੀਆਂ ਇਹ ਬਿਮਾਰੀਆਂ ਅਲਾਮਤਾਂ ਨੇ। ਤੇ ਕਰੋਨਾ ਨੇ ਇਸ ਕਰਕੇ ਜ਼ੋਰ ਫੜ ਲਿਆ ਕਿ ਇਹ ਬਿਮਾਰੀਆਂ ਦੇ ਨਾਲ ਚੱਲਦੇ ਸਾਡੀ ਇਮਿਊਨਿਟੀ ਘੱਟ ਗਈ ਹੈ, ਜਿਹਦੇ ਨਾਲ ਕਰੋਨਾ ਦਾ ਜ਼ੋਰ ਜ਼ਿਆਦਾ ਹੈ। ਜਿਵੇਂ ਮੈਂ ਮੈਮ ਦੀ ਗੱਲ ਵਿੱਚ ਐਡ ਕਰਨਾ ਚਾਹੂੰਗੀ, ਜਿਵੇਂ ਮੈਮ ਨੇ ਕਿਹਾ ਕਿ ਬਜ਼ੁਰਗਾਂ ਨੂੰ, ਬੱਚਿਆਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਬਟ ਇਹ ਕਰੋਨਾ ਮਹਾਂਮਾਰੀ ਦੇ ਵਿੱਚ ਜਿਹੜੇ ਸਭ ਤੋਂ ਪ੍ਰਭਾਵਿਤ ਲੋਕ ਹੋ ਰਹੇ ਨੇ, ਉਹ ਬਜ਼ੁਰਗ ਹੋ ਰਹੇ ਨੇ, ਜਿਹੜੇ 70 ਸਾਲਾਂ ਤੋਂ ਉੱਪਰ ਨੇ, ਜਾਂ ਬੱਚੇ, ਤੇ ਜਾਂ ਕੋਈ ਕਿਸੇ ਬਿਮਾਰੀ ਨਾਲ ਗ੍ਰਸਤ ਨੇ। ਜਿਵੇਂ ਉਹਨਾਂ ਨੂੰ ਅੱਜ ਕੱਲ੍ਹ ਦੇ ਦੌਰ ਵਿੱਚ ਵੇਖਿਆ ਜਾਵੇ ਤਾਂ ਹਰ ਕੋਈ ਬਜ਼ੁਰਗ ਆਦਮੀ ਸ਼ੂਗਰ ਦੀ ਬਿਮਾਰੀ, ਵਾਧਾ BP, ਮੋਟਾਪਾ, ਕਿਸੇ ਨੂੰ ਹਾਰਟ ਡਿਜ਼ੀਜ਼ ਦੀ ਪ੍ਰੋਬਲਮ ਹੈਗੀ ਹੈ, ਹਰ ਇੱਕ ਕੋਈ ਨਾ ਕੋਈ ਬਿਮਾਰੀ ਨਾਲ ਗ੍ਰਸਤ ਹੈ, ਬਿਮਾਰੀ ਦਾ ਸ਼ਿਕਾਰ ਹੋਇਆ ਹੈ। ਬਟ ਜੇ ਅਸੀਂ ਗੱਲ ਕਰੀਏ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਸਾਵਧਾਨੀ ਲੈਣ ਦੀ ਲੋੜ ਹੈ। ਇਹਨਾਂ ਨੂੰ ਹੀ ਆਪਣਾ ਇਮਿਊਨ ਸਿਸਟਮ ਜਿਹੜਾ ਉਹ ਸਟਰੋਂਗ ਕਰਨ ਦੀ ਲੋੜ ਆ। ਇਮਿਊਨ ਸਿਸਟਮ ਦੀ ਜੇ ਅਸੀਂ ਗੱਲ ਕਰੀਏ ਤਾਂ ਸਾਡੀ ਅੰਦਰੂਨੀ ਸ਼ਕਤੀ, ਅਸੀਂ ਉਹਨੂੰ ਕਿਵੇਂ ਸਟਰੋਂਗ ਕਰ ਸਕਦੇ ਹਾਂ? ਅਸੀਂ ਜਿਵੇਂ ਸਾਨੂੰ ਆਰਗੈਨਿਕ ਚੀਜ਼ਾਂ ਲੈਣ ਲਈ ਕਿਹਾ ਗਿਆ ਹੈ, ਜਿਵੇਂ ਤੁਲਸੀ ਅਸੀਂ ਲੈ ਸਕਦੇ ਹਾਂ, ਵਿਟਾਮਿਨ C ਰਿਲੇਟਡ ਜਿਹੜੀਆਂ ਚੀਜ਼ਾਂ ਨੇ, ਜਿਵੇਂ ਖੱਟੇ ਜਿਹਨੂੰ ਅਸੀਂ ਫਲ ਕਹਿੰਦੇ ਹਾਂ, ਜਿਵੇਂ ਉਹਦੇ ਵਿੱਚ ਨਿੰਬੂ ਆਉਂਦਾ ਹੈ, ਆਂਵਲਾ ਆਉਂਦਾ ਹੈ, ਔਰੇਂਜਸ ਆਉਂਦੇ ਨੇ, ਕਿੰਨੂ ਆਉਂਦਾ ਹੈ, ਇਹੋ ਜਿਹੀਆਂ ਚੀਜ਼ਾਂ ਅਸੀਂ ਲੈ ਸਕਦੇ ਹਾਂ ਆਪਣੀ ਡੇਲੀ ਰੂਟੀਨ ਵਿੱਚ। ਕਾਲੀ ਮਿਰਚ ਹੋ ਗਈ, ਲਸਣ ਹੋ ਗਿਆ, ਅਦਰਕ ਹੋ ਗਿਆ, ਜਾਂ ਤਾਂ ਇਹਨਾਂ ਨੂੰ ਕਾੜਾ ਦੇ ਫਾਰਮ ਦੇ ਵਿੱਚ ਲੈ ਸਕਦੇ ਹਾਂ, ਜਾਂ ਜਿਵੇਂ ਤੁਸੀਂ ਆਪਣੀ ਡੇਲੀ ਰੂਟੀਨ ਦੇ ਵਿੱਚ ਐਡ ਕਰਨਾ ਚਾਹੋ ਕਰ ਸਕਦੇ ਹੋ। ਦੂਜੀ ਗੱਲ, ਸਾਡਾ ਲੱਛਣ ਕਿੱਦਾਂ ਲੱਗਦੇ ਆ ਮੈਮ? ਕਿ ਕਿੱਦਾਂ ਪਤਾ ਲੱਗਦਾ ਕਿ ਹੁਣੇ ਕਰੋਨਾ ਦੀ ਪਕੜ ਦੇ ਵਿੱਚ ਇਨਸਾਨ ਜਾ ਰਿਹਾ? ਕਰੋਨਾ ਦੇ ਮੈਮ ਲੱਛਣ ਕੀ ਆ? ਕਿ ਕਿੱਦਾਂ ਪਤਾ ਲੱਗਦਾ ਕਿ ਕਰੋਨਾ ਦੀ ਲਪੇਟ ਵੱਲ ਅਸੀਂ ਜਾ ਰਹੇ ਹਾਂ?
ਗਲਾ ਖਰਾਬ ਹੋ ਗਿਆ, ਥੋੜਾ ਬਹੁਤਾ ਬੁਖਾਰ ਹੋ ਗਿਆ ਜਿਹੜਾ 100 ਡਿਗਰੀ ਤੋਂ ਜ਼ਿਆਦਾ ਹੋਵੇ ਔਰ ਲਗਾਤਾਰ 7-8 ਦਿਨ ਠੀਕ ਨਾ ਹੋਵੇ, ਔਰ ਜਦੋਂ ਤੁਹਾਡੀ ਇਹ ਮਾਈਲਡ ਵਿੱਚ ਆ ਜਾਂਦੇ ਆ। ਪਰ ਜਦੋਂ ਅਸੀਂ ਇਹਦੇ ਲਈ ਕਦੋਂ ਪੈਨਿਕ ਹੋਣਾ, ਕਦੋਂ ਅਸੀਂ ਚਿੰਤਤ ਹੋਣਾ, ਜਿਵੇਂ ਸਾਡੇ ਵਕਤਾਂ ਨੇ ਕਿਹਾ ਕਿ ਇਹਦੇ ਲਈ ਪੈਨਿਕ ਹੋਣ ਦੀ ਜ਼ਰੂਰਤ ਨਹੀਂ, ਬਿਲਕੁਲ ਜ਼ਰੂਰਤ ਨਹੀਂ, ਕਿਉਂਕਿ ਅਸੀਂ ਖੁਸ਼ੀ ਦੀ ਗੱਲ ਇਹ ਆ ਕਿ 75% ਲੋਕ ਇਹਦੇ ਤਾਂ ਆਪਣੇ ਆਪ ਹੀ ਠੀਕ ਹੋ ਰਹੇ ਨੇ। ਇਹ ਬਹੁਤ ਆਪੇ ਵੱਡੀ ਹੋ ਕੇ ਆਪੇ ਠੀਕ ਹੁੰਦਾ ਹੋ ਜਾ ਰਹੇ ਨੇ, ਰਿਹਾ ਵਾ। ਕਿਉਂਕਿ ਉਹਨਾਂ ਦੇ ਵਿੱਚ ਆਪਣੇ ਇਹ ਕੀਟਾਣੂ ਨਾਲ ਲੜਨ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ। ਪਰ ਉਦੋਂ ਕਦੀ ਕੋਈ ਬਿਮਾਰ ਹੁੰਦਾ ਜਦੋਂ ਬਜ਼ੁਰਗ ਨੇ, ਬੱਚੇ ਨੇ, ਜਿਵੇਂ ਕਹਿ ਰਹੇ ਨੇ ਸਾਰੇ ਕਿ ਉਹਨਾਂ ਦੀ ਸ਼ਕਤੀ ਘੱਟ ਹੁੰਦੀ ਹੈ ਜਾਂ ਉਹਨਾਂ ਦੇ ਵਿੱਚ ਕੋਈ ਲੰਬੀ ਬਿਮਾਰੀ ਚੱਲ ਰਹੀ ਹੈ ਜਾਂ ਕੋਈ ਦਵਾਈ ਦਾਰੂ ਚੱਲ ਰਿਹਾ ਹੈ, ਉਦੋਂ ਉਸ ਟਾਈਮ ਤੇ ਉਹਨਾਂ ਦੀ ਸ਼ਕਤੀ ਘੱਟ ਹੋਣ ਕਰਕੇ ਇਹ ਵਾਇਰਸ ਉਹਨਾਂ ਤੇ ਅਟੈਕ ਕਰ ਜਾਂਦਾ। ਇਸ ਤੋਂ ਇਲਾਵਾ ਅਗਰ ਅਸੀਂ ਗੱਲ ਕਰੀਏ ਕਿ ਨਾ ਪੇਸ਼ੈਂਟ ਨੂੰ ਹਸਪੀਟਲ ਦੀ ਜ਼ਰੂਰਤ ਪੈਂਦੀ ਹੈ, ਤਾਂ ਇਹਨਾਂ ਵਿੱਚ ਉਹ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਦੇ ਸਿੰਪਟਮਸ ਜਿਹੜੇ ਲੱਛਣ ਆ ਐਡਵਾਂਸ ਹੋ ਚੁੱਕੇ ਹੁੰਦੇ ਹਨ, ਜਿਨ੍ਹਾਂ ਵਿੱਚ ਕਿ ਉਹਨਾਂ ਨੂੰ ਸਾਹ ਦੀ ਲੈਣ ਵਿੱਚ ਪ੍ਰੋਬਲਮ ਆਉਂਦੀ ਆ, ਕਿਉਂਕਿ ਇਹ ਵਾਇਰਸ ਜਿਹੜਾ ਫੇਫੜਿਆਂ ਦੇ ਵਿੱਚ ਜਾ ਕੇ ਉੱਥੋਂ ਦੀ ਜਿਹੜੀ ਐਲਵਲਾਈਜ਼ ਨੇ ਉਹਨਾਂ ਵਿੱਚ ਜਾ ਕੇ ਫਲੂਇਡ ਫਿਲ ਹੋ ਜਾਂਦਾ ਹੈ, ਜਿਹਦਾ ਕਰਕੇ ਉਹਨਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਉਸ ਹਾਲਾਤ ਵਿੱਚ ਸਾਨੂੰ ਹਸਪੀਟਲ ਦੀ ਜ਼ਰੂਰਤ ਪੈਂਦੀ ਹੈ। ਸਾਹ ਲੈਣ ਤੋਂ ਪਹਿਲਾਂ ਮੈਮ ਕਿੱਥੇ ਕਿੱਥੇ ਕੀ ਪ੍ਰੋਬਲਮਸ ਆਉਂਦੀਆਂ ਵਾ ਜਿਹੜੀਆਂ ਕਿ ਸਾਨੂੰ ਸਟਾਰਟਿੰਗ ਤੋਂ ਹੀ ਪਤਾ ਲੱਗ ਜੇ ਕਿ ਅਸੀਂ ਇਸ ਲਪੇਟ ਦੇ ਵਿੱਚ ਤੁਰੇ ਜਾ ਰਹੇ ਹਾਂ? ਅਸੀਂ ਸਟਾਰਟਿੰਗ ਤੋਂ ਗੱਲ ਕਰੀਏ ਤਾਂ ਸਾਨੂੰ ਸਭ ਤੋਂ ਪਹਿਲਾਂ ਜਿਹੜੇ ਲੱਛਣ ਆਉਂਦੇ ਨੇ, ਮਾਈਨਰ ਲੱਛਣ ਆਉਂਦੇ ਨੇ ਜਿਹੜੇ ਹੈਗੇਗਾ, ਸਭ ਤੋਂ ਪਹਿਲਾਂ ਬੁਖਾਰ ਚੜ੍ਹਦਾ, ਠੀਕ ਹੈ, ਸੁੱਕੀ ਖਾਂਸੀ ਆਉਂਦੀ ਹੈ ਅਤੇ ਸਾਨੂੰ ਬਹੁਤ ਜ਼ਿਆਦਾ ਥਕਾਵਟ ਫੀਲ ਹੁੰਦੀ ਹੈ ਤੇ ਸਾਡਾ ਮੂੰਹ ਦਾ ਟੇਸਟ ਵੀ ਚਲੇ ਜਾਂਦਾ, ਸਾਨੂੰ ਕਿਸੇ ਚੀਜ਼ ਦੀ ਸਮੈਲ ਨਹੀਂ ਆਉਂਦੀ ਹੈਗੀ। ਇਹ ਜਿਹੜੇ ਸ਼ੁਰੂਆਤੀ ਲੱਛਣ ਹੁੰਦੇ ਨੇ। ਉਸ ਤੋਂ ਬਾਅਦ ਜਿਹੜੇ ਲੱਛਣ ਆਉਂਦੇ ਨੇ, ਜਿਹੜੀ ਹੌਲੀ ਹੌਲੀ ਇਸ ਸ਼ੁਰੂਆਤੀ ਲੱਛਣ ਜਿਹੜੇ ਪਹਿਲਾਂ 5-6 ਦਿਨਾਂ ਦੇ ਵਿੱਚ ਆਉਂਦੇ ਨੇ, ਉਸ ਤੋਂ ਬਾਅਦ ਜਿਹੜੀ ਡਿਜ਼ੀਜ਼ ਆ, ਜਿਹੜੀ ਬਿਮਾਰੀ ਆ ਪ੍ਰੋਗਰੈਸ ਕਰਦੀ ਆ, ਉਹਦੇ ਵਿੱਚ ਜਿਹੜੇ ਲੱਛਣ ਆਉਂਦੇ ਨੇ ਉਹਦੇ ਵਿੱਚ ਹੈਗਾ ਮਾਸਪੇਸ਼ੀਆਂ ਵਿੱਚ ਦਰਦ ਹੋਣਾ ਸਟਾਰਟ ਹੁੰਦਾ, ਸਾਡੇ ਛਾਤੀ 'ਚ ਦਰਦ ਨਿਕਲਦੀ ਹੈ, ਸਾਨੂੰ ਸਿਰ ਦੁਖਦਾ ਹੈ, ਜੈਸੇ ਕਹੀ ਸਾਡੇ ਗਲੇ 'ਚ ਵੀ ਖਰਾਸ਼ ਆਉਂਦੀ ਹੈ, ਸਾਨੂੰ ਕੰਬਣੀ ਆਉਂਦੀ ਹੈ। ਸੋ ਇਹ ਜਿਹੜੇ ਲੱਛਣ ਨੇ, ਸਾਨੂੰ ਸਾਹ ਲੈਣ 'ਚ ਦਿੱਕਤ ਆਉਂਦੀ ਹੈ, ਇਹ ਜਿਹੜੇ ਲੱਛਣ ਆ ਉਹ 14 ਦਿਨਾਂ ਦੇ ਵਿੱਚ ਜਿਹੜੇ ਆ ਉਹ ਆਉਂਦੇ ਨੇ। ਪਰ ਜੇ ਅਸੀਂ ਗੱਲ ਕਹਿ ਰਹੀ ਆ ਉਦੋਂ ਤੋਂ ਇਹ ਜ਼ਰੂਰੀ ਹੈ ਕਿ ਇਹ ਨਹੀਂ ਜ਼ਰੂਰੀ ਕਿ ਬਹੁਤ ਸਾਰੇ ਲੱਛਣ ਹਰ ਕਿਸੇ 'ਚ ਹੋਣਗੇ। ਇਹ ਹੈ ਕਿ ਕਿਸੇ 'ਚ ਕੋਈ ਲੱਛਣ ਹੋਏਗਾ, ਕਿਸੇ 'ਚ ਨਹੀਂ ਹੋਏਗਾ। ਪਰ ਜਦੋਂ ਤੁਹਾਨੂੰ ਖੁਦ ਬੁਖਾਰ ਲੱਗ ਰਿਹਾ ਜਾਂ ਖਾਂਸੀ ਹੋ ਰਹੀ ਹੈ, ਕੁਝ ਥੋੜਾ ਮਹਿਸੂਸ ਹੋ ਰਿਹਾ, ਤੁਸੀਂ ਆਪਣੇ ਆਪ ਨੂੰ ਆਈਸੋਲੇਟ ਜਾਂ ਆਪਣੇ ਆਪ ਨੂੰ ਵੱਖਰੇ ਜ਼ਰੂਰ ਕਰ ਲਓ। ਜੇ ਤੁਸੀਂ ਕੰਮ ਧੰਦੇ 'ਤੇ ਜਾ ਰਹੇ ਹੋ ਤਾਂ ਥੋੜੀ ਦੇਰ ਆਰਾਮ ਕਰੋ, ਘਰ ਦੇ ਵਿੱਚ ਹਫਤਾ 2 ਹਫ਼ਤੇ ਆਰਾਮ ਕਰੋ। ਜਦੋਂ ਤੁਸੀਂ ਬਿਲਕੁਲ ਫਿੱਟ ਫੀਲ ਕਰਦੇ ਹੋ ਔਰ ਦੂਜਿਆਂ ਦੇ ਵਿੱਚ, ਉਦੋਂ ਤੁਸੀਂ ਵਿਚਰਨਾ ਸ਼ੁਰੂ ਕਰੋ, ਕਿਉਂ ਜੋ ਹੋ ਸਕਦਾ ਕਿ ਤੁਹਾਡੇ ਉੱਤੇ ਉਸ ਬਿਮਾਰੀ ਨੇ ਇੰਨਾ ਅਸਰ ਨਹੀਂ ਕੀਤਾ, ਪਰ ਜਿੱਥੇ ਜਿੱਥੇ ਤੁਸੀਂ ਵਿਚਰੋਗੇ ਉੱਥੇ ਬਿਮਾਰੀ ਦਾ ਅਸਰ ਹੋ ਸਕਦਾ ਹੈ। ਇਹਦੇ ਟੈਸਟ ਕਿਹੜੇ ਟੈਸਟ ਆ ਮੈਮ, ਦੱਸ ਸਕਦੇ ਹੋ ਕਿ ਕਿਹੜੇ ਟੈਸਟ ਕਰਵਾਉਣੇ ਚਾਹੀਦੇ ਆ ਜਦੋਂ ਇਦਾਂ ਦੀ ਮੁਸ਼ਕਲ ਆ ਜਾਂਦੀ ਹੈ? 3 ਤਰ੍ਹਾਂ ਦੇ ਟੈਸਟ ਦੱਸੇ ਗਏ ਨੇ WHO ਵੱਲੋਂ ਜਾਂ CDC ਵੱਲੋਂ, ਜਿਹੜਾ ਹੈਗਾ ਸੈਂਟਰ ਆਫ ਡਿਜ਼ੀਜ਼ ਕੰਟਰੋਲ। ਇਹਨਾਂ ਨੇ ਦੱਸਿਆ ਹੈ ਕਿ ਪਹਿਲਾ ਟੈਸਟ ਜਿਹੜਾ ਆਉਂਦਾ ਉਹ ਹੈਗਾ ਰੈਪਿਡ ਐਂਟੀਜਨ ਟੈਸਟ, ਜਿਹਦੇ ਰਿਜ਼ਲਟ ਜਿਹੜੇ ਆ ਉਹ ਅੱਧੇ ਘੰਟੇ ਦੇ ਵਿੱਚ ਆ ਜਾਂਦੇ ਨੇ। ਇਹਦਾ ਜਿਹੜਾ ਅਸੀਂ ਟੈਸਟ ਲੈਂਦੇ ਆ ਉਹ ਨੱਕ ਦੇ ਰਾਹੀਂ ਰਹਿੰਦੇ ਆ, ਨੱਕ ਦੇ ਰਾਹੀਂ ਸਵੈਬ ਲੈ ਕੇ ਅਸੀਂ ਉਹਨੂੰ ਅੱਧੇ ਘੰਟੇ ਵਿੱਚ ਉਹਦੇ ਰਿਜ਼ਲਟ ਦੇ ਦਿੰਦੇ ਆ। ਬਟ ਇਹਦੀ ਜਿਹੜੀ ਕਰੈਕਟਨੈਸ ਹੈ ਉਹ 50% ਹੈ। ਜੇ ਤਾਂ ਅਗਰ ਕਿਸੇ ਬੰਦੇ ਵਿੱਚ ਸਿੰਪਟਮਸ ਹੈਗੇ ਨੇ ਕਰੋਨਾ ਵਾਲੇ ਤੇ ਅਗਰ ਉਹਦਾ ਟੈਸਟ ਨੈਗੇਟਿਵ ਆ ਰਿਹਾ, ਫਿਰ ਅਸੀਂ ਉਹਨੂੰ ਸੈਕਿੰਡ ਟੈਸਟ ਲਈ ਭੇਜਦੇ ਹਾਂ, ਜਿਹਦਾ ਨਾਮ ਹੈਗਾ RT-PCR, ਰੀਅਲ ਟਾਈਮ ਪੋਲੀਮਰੇਜ਼ ਚੇਨ ਰਿਐਕਸ਼ਨ। ਇਹ ਅਗਰ ਸਿੰਪਟਮਸ ਕਿਸੇ ਵਿੱਚ ਨਹੀਂ ਹੈਗੇ ਬਟ ਉਹਦਾ ਟੈਸਟ ਨੈਗੇਟਿਵ ਆਉਂਦਾ ਪਿਆ ਤਾਂ ਅਸੀਂ ਉਹਨੂੰ ਨੈਗੇਟਿਵ ਹੀ ਕੰਸੀਡਰ ਕਰਨਾ ਹੈ। ਇਹ ਟੈਸਟ ਥੋੜਾ ਸਸਤਾ ਹੁੰਦਾ। ਤੇ ਜੇ ਅਸੀਂ ਸੈਕਿੰਡ ਟੈਸਟ ਦੀ ਗੱਲ ਕਰੀਏ, ਅਗਰ ਉਹਦੇ ਸਿੰਪਟਮਸ ਹੈਗੇ ਨੇ ਬਟ ਉਹ ਨੈਗੇਟਿਵ ਸ਼ੋ ਹੋ ਰਿਹਾ, ਫਿਰ ਉਹਨੂੰ RT-PCR ਟੈਸਟ ਵਿੱਚ ਭੇਜਦੇ ਹਾਂ। ਉਹ ਟੈਸਟ ਜਿਹੜਾ ਥੋੜਾ ਕਾਸਟਲੀ ਹੁੰਦਾ ਬਟ ਉਹਦੇ ਰਿਜ਼ਲਟਸ ਜਿਹੜੇ ਨੇ ਉਹ ਰਿਲਾਇਬਲ ਹੁੰਦੇ ਨੇ, ਐਕਿਊਰੇਟ ਹੁੰਦੇ ਨੇ। ਉਹਦੇ ਰਿਜ਼ਲਟਸ ਜਿਹੜੇ ਆ 7-8 ਘੰਟਿਆਂ ਦੇ ਵਿੱਚ ਆ ਜਾਂਦੇ ਨੇ, ਬਟ ਉਹਦੀਆਂ ਲੈਬਸ ਬਹੁਤ ਦੂਰ ਤੱਕ ਆ, ਇਸ ਕਰਕੇ ਉਹਦੇ ਰਿਜ਼ਲਟਸ ਆਉਣ ਦੇ ਵਿੱਚ 2-3 ਦਿਨ ਟਾਈਮ ਲੱਗ ਜਾਂਦਾ ਹੈ। ਜਦੋਂ ਟੈਸਟ ਆਉਣ ਤੋਂ ਬਾਅਦ ਕਰੋਨਾ ਪੋਜ਼ਿਟਿਵ ਪਾਇਆ ਜਾਂਦਾ ਤਾਂ ਮਰੀਜ਼ ਨੂੰ ਕਿੱਦਾਂ ਦਾ ਲੈਣਾ ਚਾਹੀਦਾ ਵਾ? ਜਦੋਂ ਉਹਨੂੰ ਪਤਾ ਲੱਗਦਾ ਕਿ ਮੈਂ ਕਰੋਨਾ ਪੋਜ਼ਿਟਿਵ ਹੋ ਗਿਆ ਵਾ, ਉਹਨੂੰ ਹਲਕੇ 'ਚ ਲੈ ਕੇ ਧਿਆਨ ਰੱਖਣਾ ਚਾਹੀਦਾ, ਕਿੱਦਾਂ ਕਰਨਾ? ਸਭ ਤੋਂ ਪਹਿਲਾਂ ਤਾਂ ਕੀ ਹੋਏਗਾ ਕਿ ਜਦੋਂ ਪੇਸ਼ੈਂਟ ਨੂੰ ਅਸੀਂ ਦੱਸਦੇ ਹਾਂ ਕਿ ਉਹਦਾ ਟੈਸਟ ਪੋਜ਼ਿਟਿਵ ਆ, ਤੇ ਇਹ ਇੱਕ ਨੈਚੁਰਲੀ ਆ, ਕਿਉਂਕਿ ਇਹਦਾ ਡਰ ਹੈਗਾ ਏ, ਇਸ ਕਰਕੇ ਇਹੀ ਪਰਸਨ ਸੋਚਦਾ ਹੈ ਕਿ ਹਾਂ ਉਹਨੂੰ ਕਰੋਨਾ ਹੋ ਗਿਆ ਤਾਂ ਸ਼ਾਇਦ ਇਹਦਾ ਜਿਹੜਾ ਰਿਜ਼ਲਟ ਉਹਦੇ ਬਹੁਤ ਬੁਰੇ ਹੋਣਗੇ। ਲੇਕਿਨ ਇਦਾਂ ਦੀ ਕੋਈ ਗੱਲ ਨਹੀਂ ਆ, ਕਿਉਂਕਿ ਇਹਦਾ ਸਿੰਪਟੋਮੈਟਿਕ ਟ੍ਰੀਟਮੈਂਟ ਅਸੀਂ ਦਿੰਦੇ ਹਾਂ। ਹਾਲਾਂਕਿ ਇਹਦੀ ਵੈਕਸੀਨੇਸ਼ਨ ਨਹੀਂ ਆ, ਲੇਕਿਨ ਇਹਦਾ ਕਿਉਰ ਰੇਟ ਵੀ ਹੈਗਾ ਹੈ। ਮੀਨਸ ਕਿ ਇਹ ਜਿਹੜੀ ਇਹਦੇ ਤੋਂ ਲੋਕ ਅਗਰ ਪ੍ਰਭਾਵਿਤ ਹੁੰਦੇ ਨੇ ਤੇ ਠੀਕ ਵੀ ਹੁੰਦੇ ਨੇ। ਜਿਹੜੀ ਬਾਡੀ ਆ ਉਹਦੀ ਆਪਣੇ ਆਪ ਸ਼ਮਤਾ ਵੀ ਹੁੰਦੀ ਆ ਇਸ ਵਾਇਰਸ ਨਾਲ ਲੜਨ ਦੀ। ਕਿਹਾ ਗਿਆ ਕਿ ਜਿਹੜੇ 85% ਕੇਸ ਨੇ ਉਹ ਖੁਦ ਹੀ ਰਿਕਵਰ ਹੋ ਜਾਂਦੇ ਜਿੱਦਾਂ ਮੈਂ ਹੁਣੀ ਦੱਸ ਰਿਹਾ ਸੀ ਕਿ ਜਿਹੜੇ ਆਪਣੀ ਬਾਡੀ ਉਹਨਾਂ ਦੀ ਰਿਕਵਰ ਕਰ ਲੈਂਦੀ ਹੈ ਅਗਰ ਆਪਾਂ ਆਪਣੇ ਆਪ ਨੂੰ ਸੈਲਫ ਕੁਆਰੰਟਾਈਨ ਜਾਂ ਸੈਲਫ ਆਈਸੋਲੇਟ ਕਰ ਲੈਣਗੇ। ਬਟ ਜਿਹੜੇ ਉਹ 'ਚੋਂ ਬਚਦੇ 15% ਹੈ, ਉਹਦੇ 'ਚੋਂ ਵੀ 2-3% ਇਹੋ ਜਿਹੇ ਨੇ ਜਿਹੜੀ ਕ੍ਰਿਟੀਕਲ ਕੰਡੀਸ਼ਨਸ ਵਿੱਚ ਜਾਂਦੇ ਨੇ। ਉਹ ਵੀ ਉਦੋਂ ਜਦੋਂ ਉਹਨਾਂ ਦੇ ਆਰਗਨਸ ਕੰਮ ਨਹੀਂ ਕਰ ਰਹੇ, ਉਹਨਾਂ ਦੇ ਚੈਸਟ ਇਨਫੈਕਸ਼ਨ ਜ਼ਿਆਦਾ ਵੱਧ ਜਾਂਦੀ ਹੈ, ਨਿਮੋਨੀਆ ਲਾਈਕ ਸਿੰਪਟਮਸ ਹੋ ਜਾਂਦੇ ਨੇ। ਉਹਨਾਂ ਕੇਸਿਸ ਦੇ ਵਿੱਚ ਉਹਨਾਂ ਨੂੰ ਡੈਥ ਹੋਣ ਦੇ ਚਾਂਸਸ ਹੁੰਦੇ ਨੇ। ਇਹਦੇ ਵਿੱਚ ਸਭ ਤੋਂ ਜ਼ਰੂਰੀ ਇਹ ਵੀ ਹੈ ਕਿ ਪੇਸ਼ੈਂਟ ਨੂੰ ਜਿਹੜਾ ਮੈਂਟਲੀ ਪ੍ਰਿਪੇਅਰ ਕਰਨਾ ਬਹੁਤ ਜ਼ਰੂਰੀ ਹੈ,
ਕਿਉਂਕਿ ਮੈਂਟਲੀ ਅਗਰ ਉਹ ਸਟਰੋਂਗ ਹੋਏਗਾ, ਜਿਹਦੇ ਵਿੱਚ ਕਿ ਉਹਨੂੰ ਇਹ ਕਹਿਣਾ ਹੈ ਕਿ ਤੁਸੀਂ ਜਿਹੜਾ ਹੈ, ਅਗਰ ਤੁਹਾਡਾ ਕਰੋਨਾ ਟੈਸਟ ਪੋਜ਼ਿਟਿਵ ਆ ਵੀ ਗਿਆ ਹੈ ਤਾਂ ਉਹਦੇ ਵਿੱਚ ਡਰਨ ਦੀ ਲੋੜ ਨਹੀਂ ਆ। ਲਾਈਕ ਕਿ ਉਹਦੇ ਵਿੱਚ ਡਰ ਇਹ ਮੀਨਸ ਉਹਨਾਂ ਆਪਣੇ ਲੋਕਾਂ ਪ੍ਰਤੀ ਹੋਣਾ ਚਾਹੀਦਾ, ਆਪਣੇ ਚਾਹੁਣ ਵਾਲਿਆਂ ਪ੍ਰਤੀ, ਕਿ ਉਹਨੇ ਆਪਣੇ ਆਪ ਦਾ ਵੀ ਬਚਾਅ ਕਰਨਾ ਹੈ ਤੇ ਆਪਣੇ ਆਲੇ ਦੁਆਲੇ ਦਾ ਵੀ ਬਚਾਅ ਕਰਨਾ ਹੈ। ਕਿਸੇ ਵੀ ਡਿਜ਼ੀਜ਼ ਨੂੰ ਠੀਕ ਕਰਨ ਦੇ ਲਈ ਨਾ, ਬਲਕਿ ਕਿਸੇ ਵੀ ਕੰਮ ਨੂੰ ਕਰਨ ਲਈ, ਸੰਪੂਰਨ ਕਰਨ ਲਈ, ਸਫਲਤਾਪੂਰਵਕ ਕਰਨ ਲਈ ਮਨੋਬਲ ਦਾ ਉੱਚਾ ਹੋਣਾ ਬਹੁਤ ਜ਼ਰੂਰੀ ਹੈ। ਤੇ ਜਦੋਂ ਅਸੀਂ ਕਿਸੇ ਨੂੰ ਇਹ ਸੁਭਾਵਿਕ ਹੈ ਕਿ ਪਤਾ ਲੱਗ ਗਿਆ ਕਿ ਕਰੋਨਾ ਪੋਜ਼ਿਟਿਵ ਆ ਗਿਆ, ਤੇ ਉਹਦਾ ਚਿੰਤਿਤ ਹੋਣਾ ਜਾਂ ਉਹਦੇ ਪਰਿਵਾਰ ਦਾ, ਉਹ ਵੀ ਬੜਾ ਸੁਭਾਵਿਕ ਹੈ। ਮੈਂ ਇਹੀ ਕਹਿਣਾ ਚਾਹੂੰਗੀ ਕਿ ਸਾਡੀ ਮੋਰਲ ਰਿਸਪੌਂਸਿਬਿਲਿਟੀ ਸਭ ਦੀ ਬਣਦੀ ਹੈ ਕਿ ਉਹਦਾ ਮਨੋਬਲ ਉੱਚਾ ਰੱਖੀਏ, ਉਹਨੂੰ ਸਪੋਰਟ ਕਰੀਏ, ਔਰ ਰਾਈਟ ਕਾਈਂਡ ਆਫ ਉਹਨੂੰ ਜਿਹੜੀ ਐਡਵਾਈਸ ਹੈ ਤੇ ਹੈਲਪ ਹੈ, ਜਿੱਥੇ ਉਹਨੂੰ ਕੋਈ ਸਪੋਰਟ ਕਰਨ ਦੀ ਜ਼ਰੂਰਤ ਹੈ, ਉੱਥੇ ਅਸੀਂ ਉਹਦਾ ਜ਼ਰੂਰਤ ਦੇ ਹਿਸਾਬ ਨਾਲ, ਉਹਦੀ ਲੋੜ ਦੇ ਹਿਸਾਬ ਨਾਲ ਉਹਦੀ ਹੈਲਪ ਜ਼ਰੂਰ ਕਰੀਏ। ਕਿੰਨੇ ਦਿਨ ਬਾਅਦ ਇਹ ਰਿਕਵਰ ਹੋਣਾ ਸ਼ੁਰੂ ਹੋ ਜਾਂਦਾ ਮੈਮ? ਇਸ ਬਿਮਾਰੀ ਦੀ ਰਿਕਵਰੀ ਡਿਪੈਂਡ ਕਰਦੀ ਹੈ ਕਿ ਕਿੰਨਾ ਕੋਈ ਗੰਭੀਰ ਕੋਈ ਵਿਅਕਤੀ ਹੈ ਇਸ ਤੋਂ ਪ੍ਰਭਾਵਿਤ ਹੋਇਆ। ਜੇ ਤੇ ਮਾਈਲਡ ਸਿੰਪਟਮਸ ਹੈ, ਹੋ ਸਕਦਾ ਉਹ ਹਫਤੇ ਦੇ ਵਿੱਚ ਠੀਕ ਹੋ ਜਾਵੇ, ਠੀਕ ਹੈ। ਜੇ ਤੇ ਸੀਵੀਅਰ ਹੈ, ਜੋ ਆਲਰੇਡੀ ਉਹ ਕਿਸੇ ਪਹਿਲਾਂ ਹੀ ਬਿਮਾਰੀ ਤੋਂ ਜੂਝ ਰਿਹਾ ਆ, ਠੀਕ ਹੈ, ਉਸ ਨੂੰ ਲੰਬਾ ਸਮਾਂ ਵੀ ਲੱਗ ਸਕਦਾ ਹੈ ਇਸ ਬਿਮਾਰੀ ਤੋਂ ਠੀਕ ਹੋਣ ਦੇ ਲਈ। ਪਰ ਅਗਰ ਉਹਦੇ ਮਾਈਲਡ ਸਿੰਪਟਮ ਆ, 1 ਹਫ਼ਤੇ 'ਚ ਉਹ ਠੀਕ ਹੋ ਗਿਆ ਤੇ ਉਹ ਆਪਣੇ ਆਪ ਨੂੰ ਠੀਕ ਤੇ ਹੋ ਗਿਆ, ਪਰ ਉਹਨੂੰ 2 ਹਫ਼ਤੇ ਤੱਕ ਆਪਣੇ ਘਰ ਵਿੱਚ ਬੰਦ ਰਹਿਣਾ ਜ਼ਰੂਰੀ ਆ, ਅਲੱਗ ਰਹਿਣਾ, ਘਰ ਦੇ ਵਿੱਚ ਹੀ ਅਲੱਗ ਰਹੇ, ਤਾਂ ਜੋ ਬੱਚੇ ਤੇ ਬਜ਼ੁਰਗ ਉਸ ਘਰ ਵਿੱਚ ਹੋਣਗੇ, ਆਸ ਪੜੋਸ ਦੇ ਲੋਕ ਵੀ ਹੋਣਗੇ, ਕਿਉਂਕਿ ਉਹ ਆਪ ਤੇ ਠੀਕ ਹੋ ਰਿਹਾ ਪਰ ਉਹਦੇ ਤੇ ਦੂਜਿਆਂ ਨੂੰ ਬਿਮਾਰੀ ਫੈਲਾਉਣ ਦੇ ਬਹੁਤ ਸਾਰੇ ਚਾਂਸ ਆ। ਇਸ ਕਰਕੇ ਬਾਰ-ਬਾਰ ਅਸੀਂ ਅਪੀਲ ਕਰ ਰਹੇ ਹਾਂ ਦਰਸ਼ਕਾਂ ਨੂੰ ਕਿ ਜੇ ਅਗਰ ਉਹਨੂੰ ਥੋੜ੍ਹੇ ਬਹੁਤੇ ਵੀ ਲੱਛਣ ਆ ਤਾਂ ਉਹ ਆਪਣੇ ਨੂੰ ਸੈਲਫ ਕੁਆਰੰਟਾਈਨ, ਜਿਹਨੂੰ ਅਸੀਂ ਕਹਿੰਦੇ ਹਾਂ, ਆਪਣੇ ਆਪ ਨੂੰ ਅਲੱਗ ਕਰ ਲਵੇ, ਔਰ ਹਸਪਤਾਲ 'ਚ ਅਗਰ ਜਾਣ ਦੀ ਜਦੋਂ ਜ਼ਰੂਰਤ ਹੈ ਉਦੋਂ ਉੱਥੇ ਰਿਪੋਰਟ ਕਰਨਾ ਬਹੁਤ ਜ਼ਰੂਰੀ ਹੈ। ਉਸ ਸਮੇਂ ਕੀ ਖਾਣਾ ਚਾਹੀਦਾ ਵਾ ਮਰੀਜ਼ ਨੂੰ ਜਦੋਂ ਉਹਨੂੰ ਪਤਾ ਲੱਗ ਜਾਂਦਾ ਵਾ? ਉਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਕੀ ਲੈਣਾ ਚਾਹੀਦਾ ਵਾ? ਅਗਰ ਅਸੀਂ ਖਾਣ ਪੀਣ ਦੀ ਗੱਲ ਕਰੀਏ ਤਾਂ ਅਗਰ ਕੋਵਿਡ-19 ਪੇਸ਼ੈਂਟ ਆ ਹਸਪੀਟਲ ਦੇ ਵਿੱਚ ਆ ਤਾਂ ਉਹਦਾ ਮੈਡੀਕਲ ਟ੍ਰੀਟਮੈਂਟ ਚੱਲ ਰਿਹਾ ਹੈ ਤਾਂ ਉਹਦੀ ਜਿਹੜੀ ਡਾਈਟ ਹੋਏਗੀ ਰਿਕਮੈਂਡਡ ਹੋਏਗੀ, ਜੋ ਕਿ ਡਾਕਟਰ ਦੁਆਰਾ ਦੱਸੀ ਗਈ ਹੋਏਗੀ। ਲੇਕਿਨ ਅਗਰ ਅਸੀਂ ਨਾਨ ਕੋਵਿਡ ਦੀ ਗੱਲ ਕਰੀਏ, ਜਿਨ੍ਹਾਂ ਨੂੰ ਨਹੀਂ ਹੈਗਾ ਕਰੋਨਾ, ਤਾਂ ਸਾਦਾ ਜਿਹੜਾ ਭੋਜਨ ਆ ਉਹੀ ਰਿਕਮੈਂਡ ਆ, ਜੋ ਕਿ ਘਰ ਦੇ ਵਿੱਚ ਆ। ਬਾਹਰ ਦਾ ਖਾਣਾ ਬਿਲਕੁਲ ਵੀ ਅਵੋਇਡ ਕਰਨਾ ਹੈ, ਖਾਣਾ ਨਹੀਂ ਹੈ, ਘਰ ਦੇ ਸਾਦੇ ਖਾਣੇ ਨੂੰ ਹੀ ਕੰਟੀਨਿਊ ਕਰਨਾ ਹੈ। ਇਸ ਦੇ ਨਾਲ ਮੈਂ ਵੀ ਕਹਿਣਾ ਚਾਹਾਂਗੀ ਕਿ ਕੁਝ ਵਾਈਟਮਿਨਸ ਨੇ, ਜਿਵੇਂ ਕਿ ਵਾਈਟਮਿਨ ਬੀ, ਡੀ ਔਰ ਸੀ, ਜਿਹਨੂੰ ਅਗਰ ਆਪਾਂ ਸਹੀ ਮਾਤਰਾ ਦੇ ਵਿੱਚ ਲਈਏ ਤੇ ਅਸੀਂ ਆਪਣੇ ਇਮਿਊਨ ਸਿਸਟਮ ਨੂੰ ਵਧੀਆ ਤਰੀਕੇ ਨਾਲ ਬਣਾ ਸਕਦੇ ਹਾਂ, ਤਾਂ ਕਿ ਉਸ ਆਪਣੀ ਬਾਡੀ ਦੇ ਵਿੱਚ ਬਿਮਾਰੀਆਂ ਨੂੰ ਲੜਨ ਦੀ ਸ਼ਕਤੀ ਜੋ ਹੈ ਉਹ ਵੱਧ ਸਕੇ। ਜਿਵੇਂ ਕਿ ਵਾਈਟਮਿਨ ਸੀ ਦੀ ਗੱਲ ਕਰੀਏ ਤੇ ਜਿਸ ਤਰ੍ਹਾਂ ਕਿ ਮੈਮ ਨੇ ਦੱਸਿਆ ਸੀ ਕਿ ਨਿੰਬੂ, ਆਮਲਾ, ਇਸ ਦਾ ਸੇਵਨ ਕਰਨ ਦੇ ਨਾਲ ਆਪਾਂ ਇਮਿਊਨਿਟੀ ਨੂੰ ਵਧਾ ਸਕਦੇ ਹਾਂ। ਆਰਥਿਕ ਹਾਲਾਤਾਂ ਦੇ ਵਿੱਚੋਂ ਗੁਜ਼ਰਦਿਆਂ ਕੋਵਿਡ-19 ਨੇ ਬੜਾ ਅਸਰ ਪਾਇਆ ਵਾ। ਕਿੱਦਾਂ ਦਾ ਸਾਨੂੰ ਨਿੱਜੀ ਜੀਵਨ ਬਤੀਤ ਕਰਨਾ ਚਾਹੀਦਾ ਕਿ ਜਿਹੜਾ ਅਸੀਂ ਇਸ ਮਹਾਂਮਾਰੀ ਦੇ ਚੋਂ ਵੀ ਨਿਕਲ ਜਾਈਏ ਤੇ ਆਰਥਿਕ ਹਾਲਾਤ ਵੀ ਚੱਲਦੇ ਰਹਿਣ? ਜੇਕਰ ਅਸੀਂ ਗੱਲ ਕਰੀਏ ਆਰਥਿਕ ਹਾਲਾਤਾਂ ਦੀ, ਤਾਂ ਆਰਥਿਕ ਹਾਲਾਤਾਂ 'ਚ ਬਹੁਤ ਜ਼ਿਆਦਾ ਮੰਦੀ ਆਈ ਹੈ, ਰਿਸੈਸ਼ਨ ਆਇਆ ਹੈ, ਹਰ ਇੱਕ ਨੂੰ ਬਿਜ਼ਨਸ ਨੂੰ ਬਹੁਤ ਜ਼ਿਆਦਾ ਇਫੈਕਟ ਹੋਇਆ। ਜੇ ਹੁਣ ਅਸੀਂ ਇਸ ਦੌਰ 'ਤੇ ਗੁਜ਼ਰ ਰਹੇ ਹਾਂ, ਹੁਣ ਜਿੰਨਾ ਚਿਰ ਵੈਕਸੀਨ ਨਹੀਂ ਆਉਂਦੀ ਹੈਗੀ, ਸਾਨੂੰ ਇਹਨਾਂ ਹਾਲਾਤਾਂ ਦੇ ਨਾਲ ਹੀ ਜਿਹੜਾ ਉਹ ਗੁਜ਼ਰਨਾ ਪੈਣਾ, ਉਹਨਾਂ ਦੇ ਨਾਲ ਹੀ ਸਾਨੂੰ ਚੱਲਣਾ ਪੈਣਾ। ਸੋ ਉਹਦੇ ਲਈ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਸਾਨੂੰ ਜਿਵੇਂ ਵੀ ਸਾਨੂੰ ਗਾਈਡਲਾਈਨਸ ਮਿਲੀਆਂ ਉਹਦੇ ਅਕੋਰਡਿੰਗ ਚੱਲਣਾ ਚਾਹੀਦਾ ਹੈ। ਤੇ ਸਾਡੇ ਜਿਹੜੇ ਬੇਲੋੜੇ ਖਰਚੇ ਨੇ, ਵਧੇ ਹੋਏ ਨਜਾਇਜ਼ ਖਰਚੇ ਨੇ ਜਿਹੜੇ ਉਹਨਾਂ ਨੂੰ ਘਟਾਉਣਾ ਚਾਹੀਦਾ ਹੈ। ਹੁਣ ਜਿਵੇਂ ਅਸੀਂ ਗੱਲ ਕਰੀਏ, ਜਿਵੇਂ ਅੱਜ ਕੱਲ੍ਹ ਹੁਣ ਕੋਵਿਡ ਦੇ ਦੌਰਾਨ ਵਿਆਹ ਕਿੰਨੇ ਹੋਏ, ਉਹ ਲੋਕਾਂ ਦੇ ਬੇਲੋੜੇ ਖਰਚੇ ਜਿਹੜੇ ਨੇ ਉਹ ਘਟ ਗਏ, ਕਿਉਂਕਿ ਅੱਜ ਕੱਲ੍ਹ ਹਰੇਕ ਨੂੰ ਇਹ ਹੋਇਆ ਕਿ ਹਾਂ ਅਸੀਂ ਜਿਹੜਾ ਵਿਆਹ ਹੈ ਉਹ ਬਿਲਕੁਲ ਸਿੰਪਲ ਤੇ ਸਾਦਾ ਕਰੀਏ, ਸਾਡੇ ਜਿਹੜੇ ਵਾਧੂ ਦੇ ਖਰਚੇ ਨੇ ਉਹ ਘਟ ਜਾਣ। ਤੇ ਔਰ ਨਿੱਜੀ ਜੀਵਨ ਦੇ ਵਿੱਚ ਵੀ ਕੰਟੀਨਿਊ ਇਦਾਂ ਹੀ ਰੱਖਣਾ ਚਾਹੀਦਾ ਕਿ ਜਿਹੜੇ ਬੇਲੋੜੇ ਖਰਚੇ ਆ ਉਹਨਾਂ ਦੇ ਨਾਲ ਹੀ ਜ਼ਿਆਦਾ ਅਸੀਂ ਲਿੱਤੜੇ ਪਏ ਆ। ਹਾਂਜੀ, ਇਹ ਕਰੋਨਾ ਨੇ ਬਹੁਤ ਅੱਛਾ ਮੈਸੇਜ ਸਾਨੂੰ ਦਿੱਤਾ ਹੈ ਕਿ ਸਾਨੂੰ ਆਪਣੀਆਂ ਰਿਸੋਰਸਿਸ ਦੇ ਵਿੱਚ ਕਿਵੇਂ ਰਹਿਣਾ ਹੈ, ਔਰ ਜਦੋਂ ਵੀ ਕਦੀ ਸਾਡੇ ਤੇ ਕੋਈ ਵੀ ਵਿਪਤਾ ਆਉਂਦੀ ਹੈ ਸਾਨੂੰ ਕਿਵੇਂ ਨਜਿੱਠਣਾ। ਜ਼ਰੂਰੀ ਨਹੀਂ ਹੈ ਕਿ ਕਰੋਨਾ ਕਰਕੇ ਸਾਡੀ ਬਿਜ਼ਨਸ ਅਫੈਕਟਡ ਹੋਏ ਜਾਂ ਕੁਝ ਹੋਇਆ, ਪਰ ਜਦੋਂ ਅਸੀਂ ਕੋਈ ਚੀਜ਼, ਕੋਈ ਵੀ ਸਿਸਟਮ ਘਰ ਨੂੰ ਜਾਂ ਬਾਹਰ ਜਿੱਥੇ ਵੀ ਕੰਮ ਕਰਦੇ ਹਾਂ ਪਲੈਨਿੰਗ ਨਾਲ ਚੱਲਦੇ ਹਾਂ ਤੇ ਬਹੁਤ ਜ਼ਿਆਦਾ ਇੰਨਾ ਸਟ੍ਰੈਸ ਨਹੀਂ ਪੈਂਦਾ ਜਾਂ ਇੰਨੀ ਉਥਲ ਪੁਥਲ ਨਹੀਂ ਹੁੰਦੀ ਜਿੰਨੀ ਕਿ ਸਾਡੀ ਜਦੋਂ ਅਸੀਂ ਵਾਧੂ ਦੇ ਖਰਚੇ ਕਰਦੇ ਹਾਂ, ਜਿੱਥੇ ਕਿਤੇ ਤੁਹਾਡਾ ਥੋੜ੍ਹੇ ਬਹੁਤ ਲੋਕਾਂ ਨਾਲ ਸਰਦਾ ਜਾਂ ਜਿੱਥੇ ਤੁਹਾਡਾ ਨਹੀਂ ਜਾ ਕੇ ਗੁਜ਼ਾਰਾ, ਅਗਰ ਅਸੀਂ ਉਹਨਾਂ ਚੀਜ਼ਾਂ ਨੂੰ ਅਵੋਇਡ ਕਰਦੇ ਹਾਂ ਜਾਂ ਜੋ ਵੀ ਕੋਈ ਤੁਹਾਡੀ ਜਿਹੜੀ ਅਨਵਾਂਟਿਡ ਸ਼ਾਪਿੰਗ ਉਹਦੇ 'ਤੇ ਤੁਸੀਂ ਕੰਟਰੋਲ ਕਰਦੇ ਹੋ ਤੇ ਮੇਰੇ ਖਿਆਲ ਨਹੀਂ ਕੋਈ ਜ਼ਿਆਦਾ ਫਰਕ ਪੈਂਦਾ। ਬਾਕੀ ਇਹ ਕਿ ਲੰਬਾ ਚਲਾ ਗਿਆ ਤੇ ਲੋਕਾਂ ਦਾ ਇਹ ਫਰਕ ਪੈ ਗਿਆ ਥੋੜ੍ਹਾ ਜਿਹਾ, ਬਟ ਇਹਦੇ ਲਈ ਇੰਨਾ ਕਿ ਚਿੰਤਤ ਹੋਣ ਦੀ ਜ਼ਰੂਰਤ ਨਹੀਂ ਆ। ਅਸੀਂ ਇਹਨੂੰ ਸੰਭਾਲ ਸਕਦੇ ਹਾਂ, ਸੰਭਲ ਸਕਦੇ ਹਾਂ। ਇਹ ਸਾਨੂੰ ਮੈਸੇਜ ਦੇ ਰਿਹਾ ਕਿ ਸਾਨੂੰ ਸਿੰਪਲ ਲਾਈਫ ਆਪਣੀ ਲੀਡ ਕਰਨੀ ਚਾਹੀਦੀ ਆ, ਆਪਣਾ ਕੰਮ ਆਪਣੇ ਹੱਥਾਂ ਨਾਲ ਕਰਨਾ ਚਾਹੀਦਾ, ਔਰ ਜਿੱਥੋਂ ਤੱਕ ਹੋਵੇ ਸਾਨੂੰ ਟ੍ਰੈਡੀਸ਼ਨਲ ਆਪਣੀ ਵੈਲਿਊਜ਼ ਦੀ ਮਾਨ ਸਨਮਾਨ ਬਣਾਉਣਾ ਬਹੁਤ ਜ਼ਰੂਰੀ ਹੈ। ਸਿਹਤ ਤੇ ਫਿਟਨੈਸ ਦਾ ਵੀ ਧਿਆਨ ਰੱਖਣਾ ਚਾਹੀਦਾ, ਖੇਡਾਂ ਵੱਧ ਤੋਂ ਵੱਧ, ਜੋ ਕਿ ਯੋਗਾ ਵਗੈਰਾ ਕੀ ਕਰਨਾ ਚਾਹੀਦਾ ਇਹਦੇ ਵਿੱਚ?
ਸੋ ਮਾਨਸਿਕ ਹਾਲਤ ਨੂੰ ਸਥਿਰ ਰੱਖਣ ਦੇ ਲਈ ਯੋਗਾ, ਮੈਡੀਟੇਸ਼ਨ, ਐਕਸਰਸਾਈਜ਼, ਫਿਜ਼ੀਕਲ ਐਕਟੀਵਿਟੀ ਇਹ ਇੱਕ ਬਹੁਤ ਹੀ ਵਧੀਆ ਰੋਲ ਪਲੇ ਕਰਦੇ ਨੇ। ਇਹਦੇ ਨਾਲ ਕੀ ਹੁੰਦਾ ਹੈ ਕਿ ਸਾਡੀਆਂ ਜੋ ਮਾਸਪੇਸ਼ੀਆਂ ਨੇ ਉਹ ਵਧੀਆ ਤਰੀਕੇ ਨਾਲ ਖੁੱਲ੍ਹ ਜਾਂਦੀਆਂ ਨੇ। ਜੋ ਸਟ੍ਰੈਸ ਰਿਲੇਟਡ ਹਾਰਮੋਨਸ ਨੇ ਉਹਨਾਂ ਦਾ ਲੈਵਲ ਆ ਉਹ ਵੀ ਘੱਟ ਜਾਂਦਾ ਹੈ ਸਾਡੀ ਬੋਡੀ ਦੇ ਵਿੱਚ। ਜਿਹੜੇ ਸਾਹ ਪ੍ਰਣਾਲੀ ਹੈ, ਠੀਕ ਹੈ, ਆਕਸੀਜਨ ਵਧੀਆ ਮਿਲਦੀ ਹੈ ਇਹਨੂੰ। ਸੋ ਜਿਹੜੇ ਬਾਕੀ ਸਾਰੇ ਅੰਗ ਨੇ ਉਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਨਾ ਸਟਾਰਟ ਕਰ ਦਿੰਦੇ ਅਸੀਂ ਨੇ। ਫਿਜ਼ੀਕਲੀ ਤੇ ਮੈਂਟਲੀ ਹੈਲਥ ਇਹ ਜੋੜਨਾ ਚਾਹੂੰਗੀ ਕਿ ਅੱਜ ਕੱਲ੍ਹ ਮੈਂ ਦੱਸਿਆ ਸੀਗਾ ਕਿ 30% ਪਾਪੂਲੇਸ਼ਨ ਜਿਹੜੀ ਆ ਉਹ ਬੈਸਟੀ ਨਾਲ ਗ੍ਰਸਤ ਹੈ। ਬੱਚੇ ਜਿਹੜੇ ਆ ਬਿਲਕੁਲ ਉਹ ਫਾਸਟ ਫੂਡ ਖਾ ਕੇ ਘਰ ਹੀ ਬੈਠੇ ਰਹਿ ਰਹੇ ਆ, ਔਰ ਉਹਦੇ ਕਰਕੇ ਜਿਹੜੀ ਓਬੈਸਿਟੀ ਜਿਹੜੀ ਆ ਉਹ ਰੀਜ਼ਨ ਹੈ ਕਿ ਸਾਡੀ ਫਿਜ਼ੀਕਲ ਹੈਲਥ ਖਰਾਬ ਹੋ ਰਹੀ ਆ। ਤੇ ਜਿਹੜਾ ਮਾਈਂਡ ਆ ਉਹ ਤੇ ਸਿਰਫ ਸਿਆਣੇ ਵੀ ਕਹਿੰਦੇ ਆ ਨਾ ਕਿ ਜਿਹੜਾ ਮਾਈਂਡ ਆ ਉਹ ਸਿਰਫ ਸਿਹਤਮੰਦ ਹੈਲਥ ਵਿੱਚ ਹੀ ਹੁੰਦਾ ਹੈ। ਔਰ ਸਾਨੂੰ ਆਪਣੀ ਸਿਹਤਮੰਦ ਹੈਲਥ ਬਣਾਉਣ ਦੇ ਲਈ ਗੇਮਸ ਨੂੰ ਬੱਚਿਆਂ ਨੂੰ ਇਨਕਰੇਜ ਕਰਨਾ ਚਾਹੀਦਾ ਹੈ। ਗੇਮਸ ਉਹਨਾਂ ਦੀ ਲਾਈਫ ਦਾ ਪਾਰਟ ਹੋਣਾ ਚਾਹੀਦਾ ਹੈ। ਹੈਲਦੀ ਰਿਕ੍ਰੀਏਸ਼ਨ ਉਹਨਾਂ ਦਾ ਪਾਰਟ ਹੋਣਾ ਚਾਹੀਦਾ ਹੈ। ਹੈਲਦੀ ਲਿਟਰੇਚਰ ਬੱਚੇ ਪੜ੍ਹਨ, ਔਰ ਜਿੱਥੋਂ ਤੱਕ ਹੋ ਸਕੇ ਉਹ ਪੈਸਿਵ ਲਾਈਫ ਨੂੰ ਬੱਚਿਆਂ ਨੂੰ ਇਨਕਰੇਜ ਨਹੀਂ ਕਰਨਾ ਚਾਹੀਦਾ। ਘਰ ਦੀਆਂ ਛੋਟੀਆਂ-ਮੋਟੀਆਂ ਐਕਟੀਵਿਟੀ ਦੇ ਵਿੱਚ ਪੇਰੈਂਟਸ ਨੂੰ ਚਾਹੀਦਾ ਬੱਚਿਆਂ ਨੂੰ ਪਾਰਟਿਸਿਪੇਟ ਕਰਨ ਤਾਂ ਜੋ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਵੱਧ ਜਾਏ, ਉਹਨਾਂ ਦੀ ਹੈਲਥ ਅੱਛੀ ਹੋਵੇ। ਹੈਲਥ ਅੱਛੀ ਹੋਏਗੀ ਤਾਂ ਮਾਈਂਡ ਅੱਛਾ ਹੋਏਗਾ। ਦੇਖੋ, ਅਗਰ ਇਹ ਜਿਹੜੀਆਂ ਮੈਂਟਲ ਹੈਲਥ ਦੀ ਗੱਲ ਕਰੀ ਜਾਂ ਫਿਜ਼ੀਕਲ ਹੈਲਥ, ਇਹ ਦੋਨੋਂ ਇੰਟਰ ਕਨੈਕਟਡ ਨੇ ਆਪਸ ਵਿੱਚ। ਇੱਕ ਚੀਜ਼ ਇਫੈਕਟ ਹੋਏਗੀ ਤਾਂ ਦੂਸਰੀ ਆਟੋਮੈਟਿਕਲੀ ਇਫੈਕਟ ਹੋਏਗੀ। ਸੋ ਮੈਂਟਲ ਹੈਲਥ ਨੂੰ ਤੁਸੀਂ ਇੰਪਰੂਵ ਕਰ ਸਕਦੇ ਹੋ, ਕੁਝ ਵੀ ਕਰੋ। ਜ਼ਰੂਰੀ ਨਹੀਂ ਅਸੀਂ ਤੁਹਾਨੂੰ ਕਹਿ ਰਹੇ ਹਾਂ ਮੈਡੀਟੇਸ਼ਨ ਕਰਨੀ ਆ, ਐਕਸਰਸਾਈਜ਼ ਕਰਨੀ ਆ। ਕੁਝ ਵੀ ਐਸਾ ਕਰੋ ਜੋ ਤੁਹਾਨੂੰ ਮੈਂਟਲ ਪੀਸ ਦੇਵੇ, ਜੋ ਤੁਹਾਨੂੰ ਇੰਟਰਨਲ ਤੁਹਾਨੂੰ ਖੁਸ਼ੀ ਦੇਵੇ। ਇੱਦਾਂ ਦੀਆਂ ਚੀਜ਼ਾਂ ਕੁਝ ਵੀ ਕਰੋ, ਤੁਸੀਂ ਕੁਝ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਫਿਜ਼ੀਕਲ ਵਾਸਤੇ ਜਿਵੇਂ ਮੈਡਮ ਹੁਣਾਂ ਦੱਸਿਆ ਹੈ, ਐਕਸਰਸਾਈਜ਼ ਕਰ ਸਕਦੇ ਹੋ, ਆਪਣੀ ਡਾਈਟ ਅੱਛੀ ਰੱਖੋ, ਠੀਕ ਆ। ਔਰ ਮੈਂਟਲ ਹੈਲਥ ਵਿੱਚ ਇੱਕ ਗੱਲ ਜ਼ਰੂਰ ਕਰੋ, ਤੁਸੀਂ ਐਕਸਪ੍ਰੈਸ ਕਰਨਾ ਜ਼ਰੂਰ ਕਰੋ। ਜਿਵੇਂ ਕਿ ਸਾਡੀ ਫਿਜ਼ੀਕਲ ਹੈਲਥ ਨੂੰ ਜ਼ਰੂਰਤ ਹੁੰਦੀ ਆ ਪੌਸ਼ਟਿਕ ਤੱਤਾਂ ਦੀ, ਵਾਈਟਾਮਿਨਸ ਹੋ ਗਏ, ਮਿਨਰਲਸ ਹੋ ਗਏ, ਇਸੇ ਤਰ੍ਹਾਂ ਸਾਡੀ ਮੈਂਟਲ ਹੈਲਥ ਨੂੰ ਜ਼ਰੂਰਤ ਹੁੰਦੀ ਆ ਇਹਨਾਂ ਤੱਤਾਂ ਦੀ। ਇਹ ਤੱਤ ਕਿਵੇਂ ਲੈ ਸਕਦੇ ਹੋ ਤੁਸੀਂ? ਜਿਵੇਂ ਕਿ ਤੁਸੀਂ ਆਪਣੇ ਕਿਸੇ ਨਾਲ ਗੱਲਬਾਤ ਕਰੋ, ਜੋ ਵੀ ਆ ਤੁਸੀਂ ਆਪਣੀ ਨੈਗੇਟਿਵਿਟੀ ਨੂੰ ਬਾਹਰ ਕੱਢੋ, ਚੰਗੀਆਂ ਕਿਤਾਬਾਂ ਪੜ੍ਹੋ, ਚੰਗਾ ਕੁਝ ਸੁਣੋ, ਚੰਗੀ ਕਿਸੇ ਦੀ ਗਾਈਡੈਂਸ ਲਓ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਤੁਹਾਨੂੰ ਇੱਕ ਵਾਈਟਾਮਿਨ ਦਾ ਕੰਮ ਹੀ ਕਰਦੀਆਂ ਨੇ ਤੁਹਾਡੀ ਮੈਂਟਲ ਹੈਲਥ ਨੂੰ ਇੰਪਰੂਵ ਕਰਨ ਵਾਸਤੇ। ਬੱਚਿਆਂ ਦੀ ਪੜ੍ਹਾਈ ਲਿਖਾਈ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਇਹਨਾਂ ਦੇ ਵਿੱਚ ਬੱਚੇ ਬਹੁਤ ਮਿਹਨਤ ਕਰ ਰਹੇ ਨੇ, ਕਿਉਂਕਿ ਟੀਚਰ ਸਾਹਿਬਾਨ ਬਹੁਤ ਸਹਿਯੋਗ ਕਰ ਰਹੇ ਨੇ। 24 ਘੰਟੇ ਉਹਨਾਂ ਦੇ ਲਈ ਹਾਜ਼ਰ ਨੇ ਔਰ ਉਹਨਾਂ ਦੀ ਪੁੱਛ ਪੜਤਾਲ ਕਰਦੇ ਨੇ। ਬੱਚਿਆਂ ਦੀ ਅਸੈਸਮੈਂਟ ਬਹੁਤ ਅੱਛੀ ਤਰ੍ਹਾਂ ਨਾਲ ਹੋ ਰਹੀ ਹੈ। ਬੱਚਿਆਂ ਨੂੰ ਇਨਕਰੇਜ ਕੀਤਾ ਜਾ ਰਿਹਾ ਕਿ ਕਿਸੇ ਟਾਈਮ ਵੀ ਉਹ ਜਿਸ ਤਰ੍ਹਾਂ ਦੇ ਉਹਨਾਂ ਦੇ ਰਿਸੋਰਸਿਸ ਆ ਟੀਚਰ ਨੂੰ ਕੰਟੈਕਟ ਕਰ ਸਕਦੇ ਨੇ। ਮੈਂ ਇਹੀ ਕਹਿਣਾ ਚਾਹੂੰਗੀ ਕਿ ਮੇਰੇ ਖਿਆਲ ਐਜੂਕੇਸ਼ਨ ਦਾ ਕੋਈ ਫਰਕ ਨਹੀਂ ਪੈਣ ਵਾਲਾ। ਬੱਚੇ ਬਹੁਤ ਮਿਹਨਤੀ ਨੇ, ਪੇਰੈਂਟਸ ਬਹੁਤ ਸਹਿਯੋਗ ਕਰ ਰਹੇ ਨੇ, ਔਰ ਟੀਚਰ ਸਾਹਿਬਾਨ ਦੀ ਨੂੰ ਮੈਂ ਉਹਨਾਂ ਨੂੰ ਮੁਬਾਰਕਾਂ ਦੇਣਾ ਚਾਹੁੰਦੀ ਹਾਂ ਜਿਹੜੇ ਜੀ ਜਾਨ ਨਾਲ ਉਹ ਮਿਹਨਤ ਕਰ ਰਹੇ ਨੇ ਬੱਚਿਆਂ ਦੇ ਲਈ। ਇੱਕ ਤਰ੍ਹਾਂ ਦਾ ਟੀਮ ਵਰਕ ਆ, ਇੱਕ ਤਰ੍ਹਾਂ ਦਾ ਟੀਮ ਵਰਕ ਆ। ਕਿਸੇ ਵੀ ਪਾਸਿਓਂ ਦੇਖ ਲਈ ਇੱਕ ਤਰ੍ਹਾਂ ਦਾ ਟੀਮ ਵਰਕ ਆ। ਜਿਵੇਂ ਆਰਥਿਕ ਪੱਖੋਂ ਦੇਖ ਲਈਏ, ਜਿਵੇਂ ਲੋਕਡਾਊਨ ਦੇ ਨਾਲ ਬਹੁਤ ਆਰਥਿਕ ਹਾਲਾਤ ਉਥਲ-ਪੁਥਲ ਹੋਏ ਨੇ, ਉਸ ਟਾਈਮ ਫਿਰ ਰਲ ਮਿਲ ਕੇ ਸਾਰਿਆਂ ਨੇ ਜ਼ਿੰਦਗੀ ਅੱਗੇ ਇਸ ਚੀਜ਼ ਦਾ ਚੰਗਾ ਪ੍ਰਭਾਵ ਵੀ ਪਿਆ, ਚੰਗਾ ਪੋਜ਼ਿਟਿਵ ਰਿਜ਼ਲਟ ਹੀ ਆਇਆ। ਜਿਵੇਂ ਹੁਣ ਟੀਚਰਸ ਇੱਕ ਟਾਈਮ ਬਾਉਂਡ ਸੀਗੇ, ਜਿਵੇਂ ਉਹਨਾਂ ਨੂੰ ਇੱਕ ਟਾਈਮ ਸੀਗਾ ਉਦੋਂ ਹੀ ਬੱਚੇ ਸਾਡੇ ਤੋਂ ਪੁੱਛਦੇ ਸੀ, ਉਦੋਂ ਹੀ ਅਸੀਂ ਪੜ੍ਹਾਉਂਦੇ ਸੀਗੇ। ਹੁਣ 24 ਆਵਰ ਸਰਵਿਸ ਚੱਲਦੀ ਹੈ, ਜਦੋਂ ਮਰਜ਼ੀ ਬੱਚੇ ਪੁੱਛ ਸਕਦੇ, ਜਦੋਂ ਮਰਜ਼ੀ ਅਸੀਂ ਪੜ੍ਹਾ ਸਕਦੇ ਹਾਂ। ਇੱਕ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਤਾਲਮੇਲ ਬਣ ਚੁੱਕਿਆ ਹੈ ਅਧਿਆਪਕਾਂ ਦਾ, ਇੰਸਟੀਟਿਊਸ਼ਨ ਦਾ, ਬੱਚਿਆਂ ਦਾ। ਤੇ ਮੈਨੂੰ ਵੀ ਨਹੀਂ ਲੱਗਦਾ ਕਿ ਹਾਂਜੀ ਕਿ ਕੋਈ ਵੀ ਪੜ੍ਹਾਈ ਦੇ ਉੱਪਰ ਜਾਂ ਫਿਰ ਅੱਗੇ ਐਗਜ਼ਾਮਸ ਵਿੱਚ ਕੋਈ ਵੀ ਫਰਕ ਪਵੇਗਾ। ਅਖੀਰ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਕਿ ਕੋਵਿਡ-19 ਦੇ ਚੱਲਦਿਆਂ ਸਰਕਾਰਾਂ ਨੇ ਕੁਝ ਇੱਦਾਂ ਦੇ ਹੈਲਪਲਾਈਨ ਨੰਬਰ ਮੁਹੱਈਆ ਕਰਾਏ ਨੇ ਸੂਬਾ ਵਾਈਜ਼ ਜਾਂ ਜ਼ਿਲ੍ਹਾ ਵਾਈਜ਼ ਕਿ ਜੇ ਕਿਸੇ ਨੂੰ ਮੁਸ਼ਕਲ ਆਵੇ ਤੇ ਉਹ ਉਸ ਨੰਬਰਾਂ ਦੇ ਨਾਲ ਤਾਲਮੇਲ ਕਰ ਸਕੇ? ਜੀ ਅਜੇ ਜੀ ਤਾਂ ਬਹੁਤ ਹੀ ਅੱਛਾ ਸਵਾਲ ਹੈ, ਕਿਉਂਕਿ ਦਰਸ਼ਕਾਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦੇ ਹਾਂ ਕਿ ਹਰ ਡਿਸਟ੍ਰਿਕਟ ਦੇ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਇਸ ਤਰ੍ਹਾਂ ਦੇ ਨੰਬਰ ਤਿਆਰ ਕੀਤੇ ਨੇ, ਕੰਟਰੋਲ ਰੂਮ ਬਣਾਏ ਨੇ ਬਕਾਇਦਾ। ਔਰ ਦਰਸ਼ਕ ਜਿੱਥੇ ਵੀ ਕਿਤੇ ਜ਼ਰੂਰਤ ਹੈ, ਕਿਸੇ ਦੀ ਹੈਲਪ ਕਰਨ ਦੀ ਜ਼ਰੂਰਤ ਹੈ ਜਾਂ ਉਹਨਾਂ ਨੂੰ ਨਿੱਜੀ ਤੌਰ 'ਤੇ ਆਪਣੀ ਜ਼ਰੂਰਤ ਹੈ, ਉਹਨਾਂ ਕੰਟਰੋਲ ਰੂਮਾਂ ਦੇ ਨਾਲ ਕੰਟੈਕਟ ਕਰਕੇ ਹੈਲਪ ਲੈ ਸਕਦੇ ਨੇ। ਪੂਰੀ ਉਹਨਾਂ ਨੂੰ ਸਪੋਰਟ ਮਿਲੇਗੀ, ਰਾਈਟ ਟਾਈਮ 'ਤੇ ਉਹਨਾਂ ਨੂੰ ਗਾਈਡੈਂਸ ਮਿਲੇਗੀ, ਔਰ ਜਿੱਥੇ ਕਿਤੇ ਵੀ ਉਹਨਾਂ ਨੂੰ ਹਸਪੀਟਲ ਜਾਣ ਦੀ ਜ਼ਰੂਰਤ ਹੈ ਉਹ ਮੁਹੱਈਆ ਕਰਵਾਈ ਜਾਏਗੀ। ਇਹ ਸੀਗੇ ਅੱਜ ਦੇ ਵਿਚਾਰ ਵਟਾਂਦਰੇ ਕੋਵਿਡ-19 ਤੇ ਹੋਈਆਂ ਗੱਲਾਂ ਬਾਤਾਂ। ਆਸ ਆ ਕਿ ਤੁਸੀਂ ਇਹਦੇ ਤੋਂ ਜ਼ਰੂਰ ਕੁਛ ਨਾ ਕੁਛ ਕੋਈ ਨਾ ਕੋਈ ਪੱਖ ਲਿਆ ਹੋਊਗਾ। ਖਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜ਼ਨ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ।